ਹੁਣ ਤੱਕ ਜੋ ਅਸੀਂ ਕਰ ਰਹੇ ਹਾਂ ਕਿ ਮਤਲਬ ਕੋਈ ਵੀ ਐਨੀਮਲ ਨੂੰ ਕਿੱਥੇ ਕੋਈ ਐਕਸੀਡੈਂਟ ਹੋਇਆ ਉਹਦਾ ਰੋਡ ਤੇ ਜਾਂ ਤੁਹਾਡੀ ਗਲੀ ਮੁਹੱਲੇ 'ਚ ਕੋਈ ਬਿਮਾਰ ਡੌਗ ਆ ਜਾਂ ਤੁਹਾਡੇ ਆਂਢ ਗੁਆਂਢ 'ਚ ਕਿਸੇ ਦੇ ਘਰ ਕੋਈ ਡੌਗ ਉਹਦਾ ਕੇਅਰ ਨਹੀਂ ਕਰ ਰਹੇ, ਟਰੀਟ ਨਹੀਂ ਕਰਾ ਰਹੇ, ਤੁਸੀਂ ਸਾਨੂੰ ਕੰਟੈਕਟ ਕਰੋ, ਆਪਾਂ ਸਾਰਾ ਖਰਚਾ ਸਪਾਂਸਰ ਕਰਾਂਗੇ। ਕੋਸ਼ਿਸ਼ ਸਿਰਫ ਇੰਨੀ ਹੈ ਕਿ ਪੈਸਿਆਂ ਕਰਕੇ ਕਿਸੇ ਦੀ ਜਾਨ ਨਾ ਜਾਵੇ, ਅਸੀਂ ਉਹਨੂੰ ਬਚਾ ਲਈਏ। ਹੁਣ ਅਸੀਂ ਇਹ ਸਰਵਿਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹਾਂ। ਹੁਣ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪ ਉਹਨਾਂ ਨੂੰ ਲੈ ਕੇ ਆ ਸਕੀਏ ਔਰ ਅਸੀਂ ਇਹਨਾਂ ਨੂੰ ਇੱਕ ਫੈਸਿਲਿਟੀ 'ਚ ਰੱਖੀਏ। ਇਹਨਾਂ ਲਈ ਅਸੀਂ ਪ੍ਰੋਪਰ ਹਸਪੀਟਲ ਬਣਾਉਣਾ ਚਾਹੁੰਦੇ ਹਾਂ ਸਟ੍ਰੇ ਐਨੀਮਲਸ ਲਈ, ਜਿਹਦੇ ਵਿੱਚ ਇੱਕ ਪ੍ਰੋਫੈਸ਼ਨਲ ਟੀਮ ਹੋਏਗੀ, ਇਹਨਾਂ ਨੂੰ ਪਿਕਅਪ ਕਰੇਗੀ, ਉੱਥੋਂ ਲੈ ਕੇ ਆਏਗੀ ਔਰ ਲਿਆ ਕੇ ਇੱਕ ਪ੍ਰੋਪਰ ਮੈਡੀਕਲ ਸੈਂਟਰ 'ਚ ਰੱਖੇਗੀ, ਜਿੱਥੇ ਇਹਨਾਂ ਦੀ 24 ਘੰਟੇ ਆਬਜ਼ਰਵੇਸ਼ਨ 'ਚ ਕੇਅਰ ਹੋਏਗੀ। ਇਹਨਾਂ ਦਾ ਇੱਕ ਫਾਸਟ ਰਿਕਵਰੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਜਲਦ ਤੋਂ ਜਲਦ ਉਹਨੂੰ ਠੀਕ ਕਰਕੇ ਵਾਪਸ ਉਹਦੀ ਜਗ੍ਹਾ 'ਤੇ ਲਿਆਇਆ ਜਾਏਗਾ। हमारे पास डॉग्स हैं, काऊ हैं, कैट्स आती हैं, बर्ड रेस्क्यू, क्योंकि मोस्टली ना बर्ड्स ट्री पे अटकी रहती थी और लटकती रहती थी, लोगों के पास कोई हल नहीं था, तो हमने ये रेस्क्यू स्टार्ट किया विद फायर ब्रिगेड की हेल्प से। ਕਰੋਨਾ ਦੇ ਵਿੱਚ ਇੱਕ ਡੌਗ ਆਇਆ ਜੀ, ਲੈਬਰਾਡੋਰ, ਬਜ਼ੁਰਗ, ਅੱਖਾਂ ਤੋਂ ਦੇਖ ਨਹੀਂ ਸਕਦਾ ਸੀ, ਅੰਨਾ ਸੀਗਾ, ਤੇ ਉਹਨੂੰ ਕਿਸੇ ਨੇ ਹਾਈਵੇ ਤੇ ਛੱਡਤਾ। ਛੋਟੇ ਮੋਟੇ ਨਹੀਂ, ਅਮੀਰ ਲੋਕਾਂ ਦੇ ਘਰੇ ਪਿਆ ਸੀਗਾ, ਉਹਦੀ ਬਿਲਕੁਲ ਕੇਅਰ ਨਹੀਂ ਕੀਤੀ, ਉਹਨੂੰ 24 ਘੰਟੇ ਬੰਨ੍ਹ ਕੇ ਰੱਖਣਾ ਪੱਟੇ ਨਾਲ, ਔਰ ਪੱਟਾ ਉਹਦਾ ਗਲ ਕੇ ਅੰਦਰ ਹੀ ਵੜ ਗਿਆ ਸੀ ਗਲੇ ਦੇ, ਤੇ ਪੂਰਾ ਦਾ ਪੂਰਾ ਸਰੀਰ ਖਾਧਾ ਹੋਇਆ ਸੀ ਉਹਦਾ ਕੀੜਿਆਂ ਨਾਲ, ਇਨਫੈਕਸ਼ਨ ਨਾਲ, ਪਲੱਸ ਕਿਡਨੀਆਂ ਵੀ ਵੀਕ ਉਹਦੀਆਂ। ਅਸੀਂ ਉਹਨੂੰ ਆਪਣੇ ਕੋਲ ਮੇਰੇ ਖਿਆਲ 8 ਮਹੀਨੇ ਉਹਦੀ ਸੇਵਾ ਕੀਤੀ, ਉਹਦੀ ਜਾਨ ਬਚ ਗਈ। ਲਾਡੋਲੀ ਰੋਡ ਤੇ ਇੱਕ ਮਿਲਿਆ ਸਾਨੂੰ ਲੈਬਰਾਡੋਰ, ਉਹਦੇ ਨੱਕ ਤੇ ਕੈਂਸਰ ਸੀਗਾ, ਉਹ ਫੈਮਿਲੀ ਕੋਈ ਉਹਨੂੰ ਸੁੱਟ ਕੇ ਚਲੇ ਗਈ ਉੱਥੇ। ਲਾਡੋਲੀ ਰੋਡ ਇੱਕ ਸਰਕਾਰੀ ਕਲੀਨਿਕ ਹੈ, ਉੱਥੇ ਗੇਟ ਤੇ ਚੜ੍ਹ ਕੇ ਚਲੇ ਗਈ। ਤੋ ਆਹ ਮੌਸਮ ਦੇ ਵਿੱਚ ਕੀ ਹੁੰਦਾ, ਜੇ ਕੋਈ ਛੋਟਾ ਮੋਟਾ ਜ਼ਖਮ ਹੁੰਦਾ ਹੈ, ਜੇ ਜਾਨਵਰ ਆਪ ਹੀ ਉਹਨੂੰ ਛਿੱਲ ਕੇ ਵੱਡਾ ਕਰ ਲੈਂਦਾ ਹੈ, ਤੇ ਉੱਤੇ ਜੇ ਮੱਖੀ ਪੈਂਦੀ ਤੇ ਕੀੜੇ ਪੈ ਜਾਂਦੇ ਆ। ਤੇ ਖਾਸ ਕਰ ਆਹ ਮੌਸਮ 'ਚ, ਗਰਮੀਆਂ ਤੇ ਬਾਰਿਸ਼ਾਂ ਵਾਲੇ ਮੌਸਮ ਦੇ ਵਿੱਚ, ਜਿਹਨੂੰ ਆਪਾਂ ਮੈਗਟ ਵੂੰਡ ਕਹਿੰਦੇ ਆ, ਤੇ ਉਹ ਕੇਸ ਜ਼ਿਆਦਾ ਆਉਂਦੇ ਆ। ਇਹ ਜਿਹੜੇ ਸੀਰੀਅਸ ਕੇਸਿਸ ਹੁੰਦੇ ਆ, ਕਿਡਨੀ ਕੇਸਿਸ ਹੁੰਦੇ ਆ, ਇਹ ਇੱਕ ਇੰਜੈਕਸ਼ਨ ਸਵੇਰੇ ਵੀ ਲੱਗਦਾ ਹੈ, ਸ਼ਾਮੀ ਵੀ ਲੱਗਦਾ ਹੈ। ਇਹ ਲੋਕਾਂ ਦੇ ਸਹਿਯੋਗ ਤੋਂ ਚੱਲਦਾ ਆ। ਜੋ ਵੀ ਲੋਕ ਸੇਵਾ ਭੇਜਦੇ ਆ, ਤੁਸੀਂ ਜਾਂ ਡਾਇਰੈਕਟ ਸਾਨੂੰ ਮੈਡੀਸਿਨ ਵੀ ਡੋਨੇਟ ਕਰ ਸਕਦੇ ਹੋ, ਡਾਕਟਰਸ ਦੀ ਫੀਸ ਡੋਨੇਟ ਕਰ ਸਕਦੇ ਹੋ, ਲੈਬੋਰਟਰੀ ਟੈਸਟ ਡੋਨੇਟ ਕਰ ਸਕਦੇ ਹੋ, ਐਕਸ-ਰੇ ਡੋਨੇਟ ਕਰ ਸਕਦੇ ਹੋ। ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਅਸੀਂ ਇਹ ਨਹੀਂ ਕਿਸੇ ਦੀ ਹੱਡੀ ਟੁੱਟ ਗਈ ਤਾਂ ਹਸਪਤਾਲ ਲਿਆ ਕੇ ਇਲਾਜ ਕਰਤਾ, ਨਹੀਂ, ਅਸੀਂ ਪ੍ਰੋਸੀਜਰ ਤਾਂ ਚੱਲਦੇ ਹਾਂ। ਅੱਜ ਦੀ ਡੇਟ 'ਚ ਇਹ ਆਫਰ ਕਰ ਰਹੇ ਹਾਂ ਕਿ ਜਿੱਥੇ ਵੀ ਕਿਸੇ ਨੂੰ ਕੋਈ ਵੀ ਡੌਗ, ਕੈਟ, ਕੋਈ ਐਨੀਮਲ ਕਿਤੇ ਇੰਜਰਡ ਮਿਲਦਾ ਆ, ਉਹਦੇ ਤੁਸੀਂ ਉਹਨੂੰ ਛੱਡ ਕੇ ਜਾਓ ਨਾ। ਜੇ ਕੋਈ ਨਹੀਂ ਆਉਂਦਾ ਆ, ਸਾਡੀ ਕੋਸ਼ਿਸ਼ ਹੁੰਦੀ ਪਹੁੰਚਣ ਦੀ, ਬਟ ਅਸੀਂ ਵੀ ਇੱਕ ਦਿਨ 'ਚ 1-2 ਜਗ੍ਹਾ 3 ਜਗ੍ਹਾ ਪਹੁੰਚ ਸਕਦੇ, 50 ਜਗ੍ਹਾ ਅਸੀਂ ਵੀ ਨਹੀਂ ਪਹੁੰਚ ਸਕਦੇ। ਤੇ ਤੁਸੀਂ ਉਹਨੂੰ ਚੱਕੋ, ਉਹਨੂੰ ਲੈ ਕੇ ਜਾਓ, ਉਹਦਾ ਟਰੀਟਮੈਂਟ ਕਰਾਓ, ਤੁਹਾਨੂੰ ਅਸੀਂ ਖਰਚਾ ਅਸੀਂ ਸਪਾਂਸਰ ਕਰਾਂਗੇ। ਗਰੀਬ ਲੋਕਾਂ ਲਈ ਹਰ ਰੋਜ਼ 2000 ਲੋਕਾਂ ਦਾ ਖਾਣਾ ਬਣਿਆ ਹੋਇਆ ਵੀ, ਤੇ ਸੁੱਕਾ ਰਾਸ਼ਨ ਵੀ ਅਸੀਂ ਡਿਸਟਰੀਬਿਊਟ ਕਰਦੇ ਰਹੇ ਹਾਂ। ਔਨ ਰਿਕਾਰਡ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਉਹਦੇ। ਲੋਕਾਂ ਦੇ ਅੱਗੇ ਅਪੀਲ ਕਰ ਰਹੇ ਹਾਂ ਕਿ ਸਾਡੇ ਨਾਲ ਜੁੜੋ, ਸਾਨੂੰ ਸਪੋਰਟ ਕਰੋ। ਅਸੀਂ ਇੱਕ ਹਸਪੀਟਲ ਖੋਲ੍ਹਣਾ ਚਾਹੁੰਦੇ ਹਾਂ, ਸਾਨੂੰ ਡੋਨੇਟ ਕਰੋ, ਕਿ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਇਹ ਸਾਰਾ ਜੋ ਪ੍ਰੋਸੈਸ ਹੈਗਾ ਆ, ਇਹਦੇ ਵਿੱਚ ਜਿੱਤ ਹਾਸਲ ਕਰ ਪਾਵਾਂਗੇ। ਅੱਜ ਦੇ ਸਮੇਂ ਵਿੱਚ ਆਪਣਿਆਂ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਹੈ, ਪਰ ਜਲੰਧਰ ਦੀ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਹੈ, ਜੋ ਕਿ ਜਾਨਵਰਾਂ ਲਈ ਵੀ ਸਮਾਂ ਕੱਢ ਰਹੀ ਹੈ, ਆਪਣੇ ਜਿਹੜੇ ਨਿੱਜੀ ਟਾਈਮ ਦੇ ਵਿੱਚੋਂ ਸਮਾਂ ਵੀ ਦੇ ਰਹੇ ਹੈ, ਨਾਲ ਦੀ ਨਾਲ ਪੈਸਾ ਵੀ ਦੇ ਰਿਹਾ ਹੈ। ਗੱਲਬਾਤ ਕਰਦੇ ਹਾਂ ਉਸ ਫਾਊਂਡੇਸ਼ਨ ਦੇ ਮੈਂਬਰਾਂ ਦੇ ਨਾਲ। ਯੂਵੀ ਨੇ ਸਾਡੇ ਨਾਲ। ਸਰ, ਪਹਿਲਾਂ ਤਾਂ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਤੁਹਾਡਾ ਵੀ ਆਉਣ ਲਈ। ਸਰ, ਪਹਿਲਾਂ ਤਾਂ ਇਹ ਦੱਸੋ ਕਿ ਇਹ ਫਾਊਂਡੇਸ਼ਨ ਦਾ ਮਨ 'ਚ ਕਿਵੇਂ ਆਇਆ ਕਿ ਇਹ ਸ਼ੁਰੂ ਕਰਨੀ ਹੈ? ਮਨ 'ਚ ਇੱਦਾਂ ਹੀ ਆਇਆ ਜੀ, ਬਚਪਨ ਤੋਂ ਹੁਣ ਪਿਆਰ ਤਾਂ ਬਹੁਤ ਹੈਗਾ ਆ ਬੇਜ਼ੁਬਾਨਾਂ ਨਾਲ। ਘਰ ਦੇ ਵਿੱਚ ਅਸੀਂ, ਮੇਰੇ ਡੈਡ ਨੂੰ ਬੜਾ ਸ਼ੌਂਕ ਸੀਗਾ, ਘਰ ਦੇ ਵਿੱਚ ਅਸੀਂ ਕਿੰਨੇ ਹੀ ਐਨੀਮਲਸ ਰੱਖੇ ਆ, ਡੌਗਸ ਰੱਖੇ ਆ, ਬਿੱਲੀਆਂ ਰੱਖੀਆਂ ਆ, ਮਾਈਸ ਵੀ ਪਾਲੇ ਆ, ਕਬੂਤਰ ਵੀ ਪਾਲੇ ਆ, ਆਪਣਾ ਪੈਰਟ ਵੀ ਪਾਲੇ, ਪਤਾ ਨਹੀਂ ਬਹੁਤ। ਮੇਰੇ ਡੈਡ ਨੂੰ ਬਹੁਤ ਸ਼ੌਂਕ ਹੈ ਜੀ, ਬਚਪਨ ਤੋਂ ਇਹਨਾਂ ਨਾਲ ਹੀ ਵੱਡੇ ਹੋਏ ਆ। ਹੁਣ ਦਿਲ ਦੇ ਵਿੱਚ ਦੁੱਖ ਉਦੋਂ ਹੁੰਦਾ ਸੀਗਾ ਜਦੋਂ ਅਸੀਂ ਹੁਣ ਕਿਤੇ ਬਾਹਰ ਜਾ ਰਹੇ ਹਾਂ, ਕਿਤੇ ਘੁੰਮਣ ਜਾ ਰਹੇ ਹਾਂ, ਸਪੈਸ਼ਲੀ ਹਾਈਵੇਜ਼ ਦੇ ਵਿੱਚ ਕੋਈ ਜਾਨਵਰ ਤੜਪ ਰਿਹਾ ਆ, ਕਿਸੇ ਦੇ ਸੱਟ ਲੱਗ ਗਈ, ਕਿਸੇ ਦੇ ਐਕਸੀਡੈਂਟ ਹੋ ਗਿਆ। ਹੁਣ ਆਪਾਂ ਛੋਟੇ ਸੀਗੇ ਅਤੇ ਸਾਨੂੰ ਸਮਝ ਨਹੀਂ ਆਉਂਦਾ ਸੀ ਉਸ ਵੇਲੇ ਕੀ ਕਰੀਏ। ਜ਼ਮਾਨਾ ਵੀ ਥੋੜ੍ਹਾ ਉੱਦਾਂ ਦਾ ਪੁਰਾਣਾ ਸੀਗਾ, ਕੋਈ ਫੈਸਿਲਿਟੀ ਵੀ ਨਹੀਂ ਸੀਗੀ। ਮੇਰੇ ਡੈਡ ਉੱਥੇ ਰੁਕਦੇ ਸੀਗੇ, ਕੋਸ਼ਿਸ਼ ਕਰਦੇ ਸੀ ਇਹਨਾਂ ਦੀ ਮਰਮ ਪੱਟੀ ਕਰਨ ਦੀ, ਪਰ ਉਹ ਗੱਲ ਨਹੀਂ ਬਣ ਪਾਉਂਦੀ ਸੀ ਕਿਉਂਕਿ ਪੂਰੀ ਨੌਲੇਜ ਨਹੀਂ ਸੀਗੀ।
ਤੇ ਬਸ ਉਦੋਂ ਦਾ ਹੀ ਮਨ ਦੇ ਵਿੱਚ ਆ ਗਿਆ ਕਿ ਵੱਡੇ ਹੋ ਕੇ ਇਹਨਾਂ ਲਈ ਅਸੀਂ ਕੁਝ ਨਾ ਕੁਝ ਜ਼ਰੂਰ ਇੱਕ ਐਸੀ ਚੀਜ਼ ਲੈ ਕੇ ਆਉਣੀ ਹੈ ਕਿ ਕਿਉਂਕਿ ਫਿਰ ਜਦੋਂ ਵੱਡੇ ਹੋਏ ਨਾ ਸਾਨੂੰ ਪਤਾ ਲੱਗਾ ਕਿ ਫੋਰਨ 'ਚ ਬੜੀ ਕੇਅਰ ਹੈਗੀ ਆ, ਉੱਥੇ ਤਾਂ ਫਟਾਫਟ ਮਤਲਬ ਕੇਅਰ ਕਰ ਲੈਂਦੇ ਆ, ਲੈ ਜਾਂਦੇ ਆ, ਹਸਪੀਟਲਸ ਬਣੇ ਆ। ਪਰ ਇੱਥੇ ਸਾਨੂੰ ਸਮਝ ਆਇਆ ਕਿ ਇੱਥੇ ਉਸ ਲੈਵਲ ਦੀ ਸਰਵਿਸ ਨਹੀਂ ਹੈਗੀ, ਪਰ ਅਸੀਂ ਇੱਥੇ ਵੀ ਉੱਧਰ ਹੀ ਇੱਕ ਪ੍ਰੋਪਰ ਪ੍ਰੋਫੈਸ਼ਨਲ ਸਰਵਿਸ ਲੈ ਕੇ ਆਉਣਾ ਚਾਹੁੰਦੇ ਹਾਂ। ਐਂਡ ਸਪੈਸ਼ਲੀ ਬਿਲਕੁਲ ਲੋਕਾਂ ਲਈ ਫ੍ਰੀ ਆਫ ਕਾਸਟ, ਕੋਈ ਪੈਸਾ ਨਹੀਂ ਇਨਕਲੂਡ ਹੋਣਾ ਚਾਹੀਦਾ ਇਹਦੇ ਵਿੱਚ, ਕਿ ਕਿਸੇ ਐਨੀਮਲ ਦਾ ਅਸੀਂ ਜੋ ਟ੍ਰੀਟਮੈਂਟ ਕਰਨਾ ਆ ਜਾਂ ਕਰਵਾਉਣਾ ਆ ਉਹ ਲੋਕਾਂ ਲਈ ਬਿਲਕੁਲ ਫ੍ਰੀ ਹੋਵੇ। ਇਹ ਸਾਡਾ ਇੱਕ ਸੁਪਨਾ ਆ ਤੇ ਇਹਨੂੰ ਹੀ ਆਪਾਂ ਸਾਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਸ਼ੁਰੂ ਕੀਤੇ ਨੂੰ ਤੇ ਕਿਹੋ ਜਿਹੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ? ਵੈਸੇ ਤਾਂ ਬਚਪਨ ਤੋਂ ਹੀ ਲੱਗੇ ਆ, ਉਹਦਾ 10 ਸਾਲ ਹੋ ਗਏ ਆ, NGO ਰਜਿਸਟਰਡ ਹੋਏ ਨੂੰ 3-4 ਸਾਲ ਹੋਏ ਆ। ਤੇ ਹੁਣ ਤੱਕ ਜੋ ਅਸੀਂ ਕਰ ਰਹੇ ਹਾਂ ਕਿ ਮਤਲਬ ਕੋਈ ਵੀ ਐਨੀਮਲ ਨੂੰ ਕਿੱਥੇ ਕੋਈ ਐਕਸੀਡੈਂਟ ਹੋਇਆ ਉਹਦਾ ਰੋਡ ਤੇ, ਜਾਂ ਤੁਹਾਡੀ ਗਲੀ ਮੁਹੱਲੇ 'ਚ ਕੋਈ ਬਿਮਾਰ ਡੌਗ ਆ, ਜਾਂ ਤੁਹਾਡੇ ਆਂਢ ਗੁਆਂਢ 'ਚ ਕਿਸੇ ਦੇ ਘਰ ਕੋਈ ਡੌਗ ਉਹਦਾ ਕੇਅਰ ਨਹੀਂ ਕਰ ਰਹੇ, ਟਰੀਟ ਨਹੀਂ ਕਰਾ ਰਹੇ, ਤੁਸੀਂ ਸਾਨੂੰ ਕੰਟੈਕਟ ਕਰੋ, ਆਪਾਂ ਸਾਰਾ ਖਰਚਾ ਸਪਾਂਸਰ ਕਰਾਂਗੇ। ਕੋਸ਼ਿਸ਼ ਸਿਰਫ ਇੰਨੀ ਹੈ ਕਿ ਪੈਸਿਆਂ ਕਰਕੇ ਕਿਸੇ ਦੀ ਜਾਨ ਨਾ ਜਾਵੇ, ਅਸੀਂ ਉਹਨੂੰ ਬਚਾ ਲਈਏ। ਹੁਣ ਅਸੀਂ ਇਹ ਸਰਵਿਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹਾਂ। ਹੁਣ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪ ਉਹਨਾਂ ਨੂੰ ਲੈ ਕੇ ਆ ਸਕੀਏ ਔਰ ਅਸੀਂ ਇਹਨਾਂ ਨੂੰ ਇੱਕ ਫੈਸਿਲਿਟੀ 'ਚ ਰੱਖੀਏ। ਇਹਨਾਂ ਲਈ ਅਸੀਂ ਪ੍ਰੋਪਰ ਹਸਪੀਟਲ ਬਣਾਉਣਾ ਚਾਹੁੰਦੇ ਹਾਂ ਸਟ੍ਰੇ ਐਨੀਮਲਸ ਲਈ, ਜਿਹਦੇ ਵਿੱਚ ਇੱਕ ਪ੍ਰੋਫੈਸ਼ਨਲ ਟੀਮ ਹੋਏਗੀ, ਇਹਨਾਂ ਨੂੰ ਪਿਕਅਪ ਕਰੇਗੀ, ਉੱਥੋਂ ਲੈ ਕੇ ਆਏਗੀ ਔਰ ਲਿਆ ਕੇ ਇੱਕ ਪ੍ਰੋਪਰ ਮੈਡੀਕਲ ਸੈਂਟਰ 'ਚ ਰੱਖੇਗੀ, ਜਿੱਥੇ ਇਹਨਾਂ ਦੀ 24 ਘੰਟੇ ਆਬਜ਼ਰਵੇਸ਼ਨ 'ਚ ਕੇਅਰ ਹੋਏਗੀ। ਇਹਨਾਂ ਦਾ ਫਾਸਟ ਰਿਕਵਰੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਜਲਦ ਤੋਂ ਜਲਦ ਉਹਨੂੰ ਠੀਕ ਕਰਕੇ ਵਾਪਸ ਉਹਦੀ ਜਗ੍ਹਾ 'ਤੇ ਲਿਆਇਆ ਜਾਏਗਾ। ਸੋ ਇਹ ਸਾਡਾ ਇੱਕ ਪ੍ਰੋਜੈਕਟ ਆ ਜੋ ਅਸੀਂ ਸੋਚਿਆ ਆ। ਇਹਨੂੰ ਇੰਪਲੀਮੈਂਟ ਕਰਨ ਲਈ ਸਾਨੂੰ ਬਹੁਤ ਇਸ ਵੇਲੇ ਸਪੋਰਟ ਦੀ, ਹੈਲਪ ਦੀ ਲੋੜ ਆ। ਪਬਲਿਕਲੀ ਇਹ ਬਿਲਕੁਲ ਫ੍ਰੀ ਹੋਏਗਾ, ਬਟ ਡੋਨਰਾਂ ਨੂੰ ਅਸੀਂ ਜ਼ਰੂਰ ਅਪੀਲ ਕਰਨਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਤੋਂ ਵੀ ਕਿ ਇਹਦੇ ਵਿੱਚ ਸਾਡਾ ਸਪੋਰਟ ਕਰਨ, ਸਾਡਾ ਸਾਥ ਦੇਣ। ਸਟਾਰਟਿੰਗ ਤੁਸੀਂ ਕੀਤੀ ਸੀ, ਫਿਰ ਟੀਮ ਕਿੱਦਾਂ ਜੁੜਦੀ ਰਹੀ ਤੁਹਾਡੇ ਨਾਲ? ਦੇਖੋ, ਜਦੋਂ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਜਾਂ ਕੋਈ ਵੀ ਅਸੀਂ ਇੱਕ ਕੰਮ ਫੜ ਲੈਂਦੇ ਹਾਂ ਕਿ ਅਸੀਂ ਆਹ ਕੰਮ ਕਰਨਾ ਹੈ ਤੇ ਪੂਰੇ ਦਿਲ ਨਾਲ ਕਰਨਾ, ਪੂਰੇ ਇਰਾਦੇ ਨਾਲ ਕਰਨਾ ਹੀ ਕਰਨਾ ਆ, ਫਿਰ ਆਪਣੇ ਆਪ ਉਸ ਤਰ੍ਹਾਂ ਦੇ ਲੋਕ ਤੁਹਾਡੇ ਨਾਲ ਜੁੜਦੇ ਆ। ਅਸੀਂ ਆਪਣੇ ਮਨ ਦੇ ਅੰਦਰ ਜਿਹੋ ਜਿਹਾ ਸੰਸਾਰ ਬਣਾਉਂਦੇ ਆ ਨਾ, ਅਸਲ ਦੇ ਵਿੱਚ ਵੀ ਅਸੀਂ ਉਹੋ ਜਿਹਾ ਹੀ ਸੰਸਾਰ ਪਾਉਂਦੇ ਹਾਂ। ਅਸੀਂ ਸੋਚਿਆ ਕਿ ਅਸੀਂ ਇਹ ਚੰਗਾ ਕੰਮ ਕਰਨਾ ਹੈ ਤੇ ਚੰਗੇ ਲੋਕ ਜੁੜਦੇ ਗਏ, ਬਸ ਇਹੀ ਕਾਰਨ ਹੈ। ਸੋ ਇਹਨਾਂ ਦੇ ਟੀਮ ਮੈਂਬਰ ਵੀ ਸਾਡੇ ਨਾਲ ਨੇ, ਗੱਲਬਾਤ ਕਰਦੇ हैं। ਜਸਪ੍ਰੀਤ ਨੇ, ਮੈਮ ਤੁਸੀਂ ਯੂਵੀ ਦੀ ਟੀਮ ਦੇ ਨਾਲ ਕਿੰਨੇ ਟਾਈਮ ਤੋਂ जुड़े हुए हो? मुझे भी इनके साथ जुड़े हुए कम से कम 4 साल हो गए हैं। ऐसे ही मुझे एक इंजर्ड एनिमल मिला था रोड पे, तो उसको काफ़ी ब्लीडिंग हो रही थी। तब मुझे बिल्कुल पता ही नहीं था कि ऐसा कोई NGOs होते हैं या कोई इनके ट्रीटमेंट के लिए होता है, और मैं थोड़ा डर भी रही थी कि उसको मैं कैसे डॉग को हाथ लगाऊं। तो फिर मैंने मतलब फेसबुक पे इनका नंबर देखा, तब इनको मैंने कॉल किया और ये विदिन हाफ एन आवर में वहाँ पहुँच गए। तो जब ये पहुँचे तो काफ़ी लेट हो चुका था, तो ये डॉग को लेके जाना था, तो फिर मैं इनके साथ आई। फिर मैं यहाँ क्लिनिक आई। यहाँ पे इन्होंने रात के टाइम जब क्लिनिक बंद था उसको ओपन करा के उसकी सर्जरी कराई। सर्जरी करा के उसके बाद हमें इसको रखने की प्रॉब्लम आई, तो मेरे पास स्पेस थी, तो मैं राज़ी हो गई कि इसका ध्यान मैं रख सकूँ, मतलब केयर करूँगी। लेकिन इन्होंने पूरा मुझे मतलब विश्वास दिलाया कि आपको मतलब ट्रीटमेंट की तरफ से कोई प्रॉब्लम नहीं आएगी, हम टाइम टू टाइम इसको आएंगे सारा ट्रीट करने के लिए। और वैसा ही हुआ। कम से कम 15 दिन तक ये उसकी सेवा करते रहे मेरे साथ लग के, और एंड में वो बिल्कुल ठीक हो गई। जब आप कोई काम करते हो उसका रिज़ल्ट आपको बहुत अच्छा मिलता है, तो आपका अपने आप हौसला बुलंद होता है। तब से फिर धीरे धीरे मेरे मन में भी मतलब इच्छा जागी। मन में विचार तो था, लेकिन कोई मतलब एक ज़रिया नहीं मिल रहा था, और UVZ वो ज़रिया बन के आए मेरी लाइफ में। तब से मैं इनके साथ जुड़ी हूँ और आज तक भगवान जी की कृपा है, हम सेवा में लगे हुए हैं। ਮੈਮ, ਸੜਕ ਤੇ ਜਦੋਂ ਜਾਨਵਰ ਦੇ ਸੱਟ ਲੱਗ ਜਾਂਦੀ ਹੈ, ਕੋਈ ਸਾਈਡ ਮਾਰ ਕੇ ਦੌੜ ਜਾਂਦਾ, ਤੁਹਾਨੂੰ ਨਹੀਂ ਲੱਗਦਾ ਉਹਨੂੰ ਰੋਕ ਕੇ ਦੇਖਣਾ ਚਾਹੀਦਾ ਹੈ? सर दुनिया में हर तरह के लोग हैं, ठीक है। जिनके दिल में भगवान जी ने कुछ दया या कुछ ह्यूमैनिटी बची है, वो रुकते हैं, कॉल भी करते हैं या क्लिनिक भी लेके आते हैं उनको। और कुछ ऐसे हैं कि जो उनके लिए कोई इनकी वैल्यू ही नहीं है, इनकी जान के लिए वो इंसानों की जान की कदर नहीं करते, तो इनके लिए फिर ये जानवर हैं। मैं तो कहती हूँ हर किसी को मैं अपील करना चाहूँगी, कम से कम आपसे अगर कुछ ऐसी गलती हो भी जाए, क्योंकि जानबूझ के कोई किसी को हर्ट नहीं करता, उसको रुक के उसको कम से कम थोड़ा रिलीफ देने का आपको कोशिश ज़रूर करनी चाहिए इंसानियत के नाते। क्योंकि एक हम जो इंसान ही ऐसा है जिसमें भगवान ने दया भाव डाला है कि वो किसी पे दया करके उसके लिए कुछ कर सकता है। और मैं तो सबको ये अपील करना चाहूँगी कि इनके लिए भी कुछ सोचना चाहिए। बेजुबान हैं, अपनी मदद खुद नहीं कर सकते, हमें ही ज़रिया बनना पड़ेगा इनके लिए। ਮੈਮ, ਸੇਵਾ ਤੁਸੀਂ ਜਲੰਧਰ 'ਚ ਹੀ ਕਰਦੇ ਹੋ ਜਾਂ ਕਿ ਜਲੰਧਰ ਤੋਂ ਬਾਹਰ भी जाते हो? नहीं, हम जलंधर में तो करते ही करते हैं, जैसे फगवाड़ा हो गया, आदमपुर हो गया,
हिमाचल में भी हमारे हैं, जहाँ मतलब हमें कोई कॉल करता है सपोर्ट के लिए, हम उन्हें सपोर्ट करते हैं, क्योंकि हर जगह हमारा पहुँचना पॉसिबल नहीं है। किसी को मेडिसिन की ज़रूरत है तो मेडिसिन भी देते हैं, कोई ऐसे मेडिकल हेल्प की ज़रूरत है, डॉक्टर साहब की राय की ज़रूरत है, तो वो करके हमारी कोशिश होती है जहाँ तक हमारी मतलब हाथ पहुँच सकते हैं, हम पीछे नहीं हटते हैं। ਕਿਹੋ ਜਿਹੇ ਜਾਨਵਰਾਂ ਦੀ ਜਿਹੜੇ ਤੁਸੀਂ ਇਲਾਜ ਕਰਵਾਉਂਦੇ ਹੋ ਜ਼ਿਆਦਾਤਰ? हमारे पास डॉग्स हैं, काऊ हैं, कैट्स आती हैं, बर्ड रेस्क्यू, क्योंकि मोस्टली ना बर्ड्स ट्री पे अटकी रहती थी और लटकती रहती थी, लोगों के पास कोई हल नहीं था, तो हमने ये रेस्क्यू स्टार्ट किया विद फायर ब्रिगेड की हेल्प से। तो अब आज इसको 4 साल हो गए हैं और इतना ये हो गया है कि लोगों को पता चल गया, लोग अवेयर हो गए हैं कि अगर ऐसे कोई बर्ड या कोई एनिमल आपको पेड़ पे लटका हुआ मिले तो उसको सेव करने के लिए हम कॉल कर सकते हैं या फायर ब्रिगेड को या एनिमल प्रोटेक्शन की टीम को। तो हम उनके साथ मिलके जो रेस्क्यू हम खुद कर सकते हैं उसमें खुद, नहीं तो कुछ जैसे हमारे पास इक्विपमेंट की कमी है तो फायर ब्रिगेड की हेल्प से वो भी करा है। कई डॉग्स वगैरह, कई ऐसे लोग होते हैं जिनमें ह्यूमैनिटी नहीं होती, बहुत से केसेस ऐसे आए हैं, गहरे गहरे कुओं में फेंक देते हैं छोटे छोटे पपीज़ को, बहुत दूर दूर पिंडों में जाके हमने वो भी रेस्क्यू किए हैं फायर ब्रिगेड की हेल्प से। ਜਿਵੇਂ ਕਿ ਮੈਮ ਨੇ ਦੱਸਿਆ ਕਿ ਡੋਰ ਦੇ ਉੱਤੇ ਪੰਛੀ ਟੰਗੇ ਰਹਿੰਦੇ ਨੇ, ਮੈਨੂੰ ਇੱਕ ਇਹ ਵੀ ਕੇਸ ਪਤਾ ਲੱਗਾ ਸੀਗਾ ਕਿ ਕਿਸੇ ਬਿਲਡਿੰਗ ਦੇ ਵਿੱਚ ਕਾਫੀ ਦਿਨਾਂ ਤੋਂ ਇੱਕ ਡੌਗ ਬੰਦ ਸੀਗਾ ਤੇ ਯੂਵੀ ਉਹਨਾਂ ਦੀ ਟੀਮ ਨੇ ਹੀ ਉੱਥੇ ਜਾ ਕੇ ਰੈਸਕਿਊ ਕੀਤਾ। ਸਰ ਉਹਦੇ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਾ ਜੀ? ਪਤਾ ਸਾਨੂੰ ਲੋਕਾਂ ਦੀ ਕਾਲ ਆ ਜਾਂਦੀ ਹੈ, ਕੋਈ ਫੇਸਬੁੱਕ ਤੋਂ, ਕੋਈ ਇੰਸਟਾਗ੍ਰਾਮ 'ਤੇ ਸਾਡੇ ਪੇਜ ਬਣੇ ਹੋਏ ਆ, ਉੱਥੋਂ ਲੋਕ ਲੱਭ ਕੇ ਸਾਨੂੰ ਕਾਲ ਕਰ ਲੈਂਦੇ ਆ, ਅਤੇ ਉਹ ਤੋਂ ਬਾਅਦ ਫਿਰ ਅਸੀਂ ਆਪਣਾ ਜੋ ਰੈਸਕਿਊ ਮਿਸ਼ਨ ਹੈਗਾ ਉਹ ਸ਼ੁਰੂ ਕਰ ਲੈਂਦੇ ਹਾਂ। ਆਪ ਜਿੱਥੇ ਤੱਕ ਅਸੀਂ ਕਰ ਸਕੀਏ ਅਸੀਂ ਉੱਥੇ ਤੱਕ ਜਾਂਦੇ ਹਾਂ। ਕੁਛ ਚੀਜ਼ਾਂ ਸਾਡੇ ਲੈਵਲ ਤੋਂ ਬਾਹਰ ਹੁੰਦੀਆਂ, ਉਹਦੇ ਵਿੱਚ ਫਿਰ ਅਸੀਂ ਜੋ ਪ੍ਰਾਈਵੇਟ ਜਾਂ ਗੌਰਮੈਂਟ ਸਰਵਿਸ ਹੈਗੀ ਉਹਨਾਂ ਦੀ ਹੈਲਪ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਉਸ ਕੇਸ ਦੇ ਵਿੱਚ ਵੀ ਆਈ ਥਿੰਕ ਫਾਇਰ ਬ੍ਰਿਗੇਡ ਦੀ ਹੈਲਪ ਨਾਲ ਹੀ ਅਸੀਂ ਉਹ ਜਾ ਸਕੇ, ਕਿਉਂਕਿ ਫਿਰ ਲੀਗਲ ਚੀਜ਼ ਆ ਜਾਂਦੀ ਤਾਂ ਬਹੁਤ ਦੁਕਾਨ ਇੱਕ ਜਗ੍ਹਾ ਬੰਦ ਪਈ ਆ, ਓਨਰ ਪਤਾ ਨਹੀਂ ਕੌਣ ਹੈ, ਫਿਰ ਉਹਦੇ ਅੰਦਰ ਵੜਨਾ ਅਤੇ ਸਾਨੂੰ ਇੱਕ ਗੌਰਮੈਂਟ ਅਥੋਰਿਟੀ ਦੀ ਵੀ ਲੋੜ ਸੀਗੀ, ਅਤੇ ਉਸਨੂੰ ਵੀ ਬੜੇ ਕਾਮਯਾਬ ਤਰੀਕੇ ਨਾਲ ਬਾਹਰ ਕੱਢਿਆ ਗਿਆ। ਅਤੇ ਇਸੇ ਤਰ੍ਹਾਂ ਬਸ ਚੰਗੇ ਕੰਮ ਦੇ ਵਿੱਚ ਕਹਿੰਦੇ ਪਾਓ ਤਾਂ ਸਹੀ, ਲੋਕ ਕਹਿੰਦੇ ਚੰਗਾ ਕੰਮ ਕਰਨਾ ਬਹੁਤ ਮੁਸ਼ਕਿਲ ਆ ਜੀ, ਹੋ ਨਹੀਂ ਸਕਦਾ ਜੀ, ਬੰਦਾ ਪਵੇ ਤਾਂ ਸਹੀ, ਬੰਦਾ ਇਰਾਦਾ ਬਣਾਏ ਤਾਂ ਅਸੀਂ ਆਪਣੇ ਆਪ ਰਸਤੇ ਖੁੱਲ੍ਹ ਜਾਂਦੇ ਭਾਅ ਜੀ। ਰੱਬ ਕਰਨਾ ਕੁਛ ਨਹੀਂ ਹੁੰਦਾ, ਉੱਤੇ ਵਿਸ਼ਵਾਸ ਕਰੋ ਤਾਂ ਰੱਬ ਹਮੇਸ਼ਾ ਤੁਹਾਡੇ ਨਾਲ ਆ। ਬਿਲਕੁਲ। ਅਤੇ ਸਰ ਜਾਨਵਰਾਂ ਨੂੰ ਅਸੀਂ ਦੇਖਿਆ ਲੋਕ ਆਮ ਘਰਾਂ ਦੇ ਵਿੱਚ ਪਾਲਤੂ ਵੀ ਬਣਾ ਕੇ ਰੱਖਦੇ ਨੇ, ਪਰ ਉਹਨਾਂ ਦੀ ਤੁਹਾਡੇ ਕੋਲ ਕੋਈ ਕੇਸ ਆਉਣੇ ਹੋਣਗੇ ਕਿ ਜਿਹੜੀ ਕੇਅਰ ਨਹੀਂ ਕਰਦੇ ਬਿਲਕੁਲ, ਘਰਾਂ ਦੇ ਵਿੱਚ ਵੀ ਜਾਨਵਰ ਬਹੁਤ ਪਰੇਸ਼ਾਨ ਨੇ? ਜਦੋਂ ਅਸੀਂ ਇਹ ਸੇਵਾ ਸ਼ੁਰੂ ਕੀਤੀ ਸੀ ਉਦੋਂ ਸਾਡੇ ਮਨ 'ਚ ਕੋਈ ਧਿਆਨ ਹੀ ਨਹੀਂ ਸੀਗਾ ਪੈਟ ਡੌਗਸ ਦਾ ਜਾਂ ਘਰਾਂ ਦੇ ਡੌਗਸ ਦਾ, ਸਾਡਾ ਧਿਆਨ ਸਿਰਫ ਸਟਰੇ ਐਨੀਮਲ 'ਤੇ ਸੀਗਾ। ਹੁਣ ਜਿਹੜੀ ਚੀਜ਼ ਦੇ ਵਿੱਚ ਅਸੀਂ ਹੁਣ ਪੂਰੀ ਤਰ੍ਹਾਂ ਹੁਣ ਵੜ ਚੁੱਕੇ ਹਾਂ, ਫਿਰ ਐਕਸਪੀਰੀਅੰਸ ਉਸ ਤੋਂ ਬਾਅਦ ਆਉਂਦਾ ਆ, ਸਾਨੂੰ ਪਤਾ ਚੱਲਿਆ, ਕਿਉਂਕਿ ਸਾਡੇ ਕੋਲ ਰੈਗੂਲਰ ਬੜੇ ਕੇਸ ਆ ਰਹੇ ਸੀਗੇ। ਕਰੋਨਾ ਦੇ ਵਿੱਚ ਇੱਕ ਡੌਗ ਆਇਆ ਜੀ, ਲੈਬਰਾਡੋਰ, ਬਜ਼ੁਰਗ, ਅੱਖਾਂ ਤੋਂ ਦੇਖ ਨਹੀਂ ਸਕਦਾ ਸੀ, ਅੰਨਾ ਸੀਗਾ, ਅਤੇ ਉਹਨੂੰ ਕਿਸੇ ਨੇ ਹਾਈਵੇ 'ਤੇ ਛੱਡਤਾ। ਸਾਡੇ ਕਿਸੇ ਟੀਮ ਮੈਂਬਰ ਨੇ ਦੇਖਿਆ, ਉਹਨੂੰ ਲੈ ਕੇ ਆਏ, ਅਸੀਂ ਰੱਖਿਆ ਆਪਣੇ ਕੋਲ, ਉਹਨੂੰ ਅਡੋਪਟ ਕਰਾਇਆ, ਉਹ ਦਿੱਲੀ 'ਚ ਅਡੋਪਟ ਹੋਇਆ। ਕਰੋਨਾ ਦੇ ਦੌਰਾਨ ਪੂਰੇ ਲਾਕਡਾਊਨ 'ਚ ਇੱਕ ਫੈਮਿਲੀ ਇਕੱਲੀ ਲੜਕੀ ਸਗੋਂ ਦਿੱਲੀ ਤੋਂ ਆਈ ਸਪੈਸ਼ਲ ਲੈਣ ਇਹਨੂੰ। ਇਸ ਤੋਂ ਇਲਾਵਾ ਕਈ ਲੈਬਰਾਡੋਰਸ, ਹੋਰ ਪਗ ਡੌਗਸ ਆਏ ਆ, ਜਰਮਨ ਸ਼ੈਫਰਡ ਆਏ ਆ, ਇੱਕ ਪਮੇਰੀਅਨ ਆਇਆ, ਉਹਦੀ ਇੰਨੀ ਬੁਰੀ ਹਾਲਤ ਸੀਗੀ, ਉਹ ਵੀ ਛੋਟੇ ਮੋਟੇ ਨਹੀਂ, ਅਮੀਰ ਲੋਕਾਂ ਦੇ ਘਰੇ ਪਿਆ ਸੀਗਾ, ਉਹਦੀ ਬਿਲਕੁਲ ਕੇਅਰ ਨਹੀਂ ਕੀਤੀ, ਉਹਨੂੰ 24 ਘੰਟੇ ਬੰਨ੍ਹ ਕੇ ਰੱਖਣਾ ਪੱਟੇ ਨਾਲ, ਔਰ ਪੱਟਾ ਉਹਦਾ ਗਲ ਕੇ ਅੰਦਰ ਹੀ ਵੜ ਗਿਆ ਸੀ ਉਹਦੇ ਗਲੇ ਦੇ, ਅਤੇ ਪੂਰਾ ਦਾ ਪੂਰਾ ਸਰੀਰ ਖਾਧਾ ਹੋਇਆ ਸੀ ਉਹਦਾ ਕੀੜਿਆਂ ਨਾਲ, ਇਨਫੈਕਸ਼ਨ ਨਾਲ, ਪਲੱਸ ਕਿਡਨੀਆਂ ਵੀ ਵੀਕ ਉਹਦੀਆਂ। ਅਸੀਂ ਉਹਨੂੰ ਆਪਣੇ ਕੋਲ ਮੇਰੇ ਖਿਆਲ 8 ਮਹੀਨੇ ਉਹਦੀ ਸੇਵਾ ਕੀਤੀ, ਉਹਦੀ ਜਾਨ ਬਚ ਗਈ, ਬੜਾ ਐਕਟਿਵ ਹੋ ਗਿਆ, ਫੀਮੇਲ ਡੌਗ ਸੀਗੀ, ਔਰ ਬੜੀ ਅੱਛੀ ਫੈਮਿਲੀ ਨੂੰ ਅੰਮ੍ਰਿਤਸਰ 'ਚ ਅਡੋਪਟਡ ਆ। ਇਸ ਤੋਂ ਇਲਾਵਾ ਹੁਣ ਮੈਂ ਦੱਸਣ 'ਚ ਚਾਹਵਾਂ ਕਿ ਕਦੀ ਇਹ ਸਿਲਸਿਲਾ ਮੁੱਕਣਾ ਹੀ ਨਹੀਂ, ਯਾਨੀ ਇੰਨੇ ਕੇਸਿਸ ਆ ਗਏ ਕਿ ਕੈਂਸਰ ਕੇਸਿਸ ਬੜੇ ਆਏ ਸਾਡੇ ਕੋਲ। ਲਾਡੋਲੀ ਰੋਡ 'ਤੇ ਇੱਕ ਮਿਲਿਆ ਸਾਨੂੰ ਲੈਬਰਾਡੋਰ, ਉਹਦੇ ਨੱਕ 'ਤੇ ਕੈਂਸਰ ਸੀਗਾ, ਉਹ ਫੈਮਿਲੀ ਕੋਈ ਉਹਨੂੰ ਸੁੱਟ ਕੇ ਚਲੇ ਗਈ ਉੱਥੇ। ਲਾਡੋਲੀ ਰੋਡ ਇੱਕ ਸਰਕਾਰੀ ਕਲੀਨਿਕ ਆ, ਉੱਥੇ ਗੇਟ 'ਤੇ ਚੜ੍ਹ ਕੇ ਚਲੇ ਗਈ। ਉੱਥੇ ਵੀ ਸਾਡਾ ਬੰਦਾ ਪਹੁੰਚਿਆ, ਉਹ ਲੈ ਕੇ ਆਇਆ, ਉਹਨੂੰ ਆਪਣੇ ਕੋਲ ਰੱਖਿਆ, ਅਡੋਪਟ ਕਰਾਇਆ। ਸਾਨੂੰ ਲੁਧਿਆਣੇ ਜਾ ਕੇ ਉਹਦਾ ਟਰੀਟਮੈਂਟ ਕਰਾਉਣਾ ਪਿਆ। ਲੁਧਿਆਣੇ ਇੱਕ ਯੂਨੀਵਰਸਿਟੀ ਹੈਗੀ ਆ, ਕਿਉਂਕਿ ਕੁਝ ਸਕੈਨਿੰਗਸ ਹੈਗੀਆਂ ਸਾਡੇ ਜਲੰਧਰ 'ਚ ਅਵੇਲੇਬਲ ਨਹੀਂ ਆ, ਉਹਦੇ ਲਈ ਸਾਨੂੰ ਫਿਰ ਲੁਧਿਆਣੇ ਜਾਣਾ ਪੈਂਦਾ ਆ ਟਰਾਂਸਪੋਰਟ ਕਰਕੇ, ਅਤੇ ਉਹ ਵੀ ਅਸੀਂ ਰੱਖਿਆ। ਫਿਰ ਸਾਨੂੰ ਸਮਝ ਆ ਗਿਆ ਇਹ ਸਾਰੀ ਚੀਜ਼ ਪਿੱਛੇ ਮਸਲਾ ਕੀ ਹੈ। ਮਸਲਾ ਫਿਰ ਗੱਲ ਉੱਧਰ ਹੀ ਆਈ ਦੀ, ਪੈਸੇ ਦਾ ਮਸਲਾ ਸੀ, ਕਿਉਂਕਿ ਜਿੰਨੇ ਵੀ ਸਾਨੂੰ ਪੈਟ ਡੌਗਸ ਐਬੈਂਡਨ ਮਿਲੇ ਆ, ਲੋਕੀ ਜਿਹੜੇ ਛੱਡ ਦਿੰਦੇ ਆ, ਉਹ ਸਾਰੇ ਬਿਮਾਰ ਸੀਗੇ, ਉਹ ਹਾਈਲੀ ਇਫੈਕਟਡ ਸੀਗੇ ਜਾਂ ਇਨਫੈਕਟਡ ਸੀਗੇ, ਔਰ ਉਹਨਾਂ ਦੇ ਖਰਚਾ ਬਹੁਤ ਹੋਣਾ ਸੀ, ਪੈਸਾ ਬਹੁਤ ਲੱਗਣਾ ਸੀ ਉਹਨਾਂ 'ਤੇ, ਉਹ ਤਾਂ ਨੂੰ ਛੱਡੇ। ਫਿਰ ਸਾਨੂੰ ਸਮਝ ਆ ਗਈ, ਅਸੀਂ ਉਸੇ ਟਾਈਮ ਇੱਕ ਵੀਡੀਓ ਬਣਾਈ, ਉਹ ਅਸੀਂ ਸਾਰੀ ਜਗ੍ਹਾ ਵਾਇਰਲ ਕੀਤੀ ਕਿ ਕਿਸੇ ਦੇ ਘਰ ਕੋਈ ਪੈਟ ਡੌਗ ਵੀ ਹੈਗਾ ਜਾਂ ਤੁਸੀਂ ਨਹੀਂ ਉਹਦੀ ਕੇਅਰ ਕਰ ਸਕਦੇ ਜਾਂ ਨਹੀਂ ਕਰਨਾ ਚਾਹੁੰਦੇ, ਸਾਨੂੰ ਫੋਨ ਕਰਦੇ, ਤੁਹਾਨੂੰ ਕੋਈ ਸਵਾਲ ਨਹੀਂ ਪੁੱਛਾਂਗੇ, ਟਰੀਟਮੈਂਟ ਸਾਰਾ ਅਸੀਂ ਕਰਾ ਦਾਂਗੇ ਉਹਦਾ। ਬਟ ਤੁਸੀਂ ਆਪਣੇ ਡੌਗ ਨੂੰ ਛੱਡੋ ਨਾ, ਉਹਨੂੰ ਬਾਹਰ ਸੁੱਟ ਕੇ ਨਾ ਆਓ, ਉਹਨੂੰ ਪਾਲੋ। ਪਤਾ ਕਿਉਂ? ਇੱਕ ਫ਼ਰਕ ਆ ਸਟਰੇ ਡੌਗ ਔਰ ਪੈਟ ਡੌਗਸ। ਸਟਰੇ ਡੌਗ ਜਿਹੜਾ ਹੈਗਾ ਆ, ਉਹ ਫਿਜ਼ੀਕਲੀ ਜਿਹੜਾ ਹਰਟ ਆ ਜਾਂ ਬਿਮਾਰ ਆ,
ਉਹ ਸਿਰਫ ਫਿਜ਼ੀਕਲੀ ਆ। ਪੈਟ ਡੌਗ ਪਤਾ ਕੀ ਆ, ਉਹ ਮੈਂਟਲੀ ਉਹਨਾਂ ਜ਼ਿਆਦਾ ਇਫੈਕਟਡ ਆ। ਕਈ ਵਾਰੀ ਪੈਟ ਡੌਗਸ 'ਚ ਇਹ ਵੀ ਦੇਖਿਆ ਗਿਆ, ਫਿਜ਼ੀਕਲੀ ਅਸੀਂ ਉਹਨਾਂ ਨੂੰ ਠੀਕ ਕਰਤਾ, ਅਸੀਂ ਆਪਣੇ ਕੋਲ ਰੱਖ ਲਿਆ ਜਾਂ ਅਡਾਪਟ ਕਰਾਤਾ, ਉਹ ਫਿਰ ਵੀ ਸਰਵਾਈਵ ਨਹੀਂ ਕਰਦੇ, ਉਹਨਾਂ ਦਾ ਦਿਲ ਨਹੀਂ ਮੰਨਦਾ, ਉਹਨੂੰ ਨਹੀਂ ਮਤਲਬ ਉਹਦਾ ਓਨਰ ਆ, ਕਿਉਂਕਿ ਪੈਟ ਡੌਗ ਦੀ ਹੈਗੀ ਆ, ਦੇਖੋ ਕਿੰਨੀ ਇੱਕ ਉਹਨਾਂ ਦੀ ਪਿਓਰ ਆਤਮਾ ਆ, ਕਿੰਨਾ ਸੱਚਾ ਮਨ ਆ। ਉਹ ਕਹਿੰਦਾ ਆ ਕਿ ਜਿਹੋ ਜਿਹਾ ਵੀ ਹੈ ਹੁਣ ਤੂੰ ਹੀ ਤੂੰ ਆ, ਜਿਹੜਾ ਉਹਦਾ ਮਾਲਕ ਆ ਜਾਂ ਜਿਹਨੇ ਵੀ ਆਪਣੇ ਘਰ ਰੱਖਿਆ ਆ, ਉਹ ਉਹਨੂੰ ਹੀ ਆਪਣਾ ਰੱਬ ਸਮਝਦਾ ਆ, ਉਹਨੂੰ ਹੀ ਆਪਣੀ ਮਾਂ ਸਮਝਦਾ ਆ। ਉਹਨੂੰ ਨਹੀਂ ਪਤਾ ਕਿ ਇਹ ਬੰਦਾ ਉਹਦੇ ਲਈ ਕਿੰਨਾ ਗਲਤ ਆ, ਇਹ ਉਹਦੇ 'ਤੇ ਪੈਸੇ ਨਹੀਂ ਲਾਉਣਾ ਚਾਹੁੰਦਾ, ਇਹ ਚਾਹੁੰਦਾ ਕਿ ਇਹ ਮਰੀ ਜਾਵੇ, ਇਹ ਚਾਹੁੰਦਾ ਕਿ ਇਹਨੂੰ ਕੋਈ ਲੈ ਕੇ ਚੱਲ ਜਾਵੇ ਜਾਂ ਮੈਂ ਕਿਤੇ ਸੁੱਟ ਕੇ ਆ ਜਾ। ਇਹ ਉਸ ਬੰਦੇ ਦਾ ਭਾਵ ਆ, ਕਿਉਂਕਿ ਇਨਸਾਨ ਆ, ਪਾਰਸ਼ਲ ਆ, ਅਤੇ ਜਿਹੜਾ ਪੈਟ ਹੈ ਉਹ ਪਿਓਰ ਆ, ਉਹਦਾ ਦਿਲ ਬੜਾ ਸਾਫ਼ ਆ। ਉਹ ਕਹਿੰਦਾ ਨਹੀਂ, ਮੈਨੂੰ ਤਾਂ ਆਹੀ ਚਾਹੀਦਾ ਆ। ਸੋ ਇਹ ਜੋ ਆਪਾਂ ਮੁਹਿੰਮ ਇਸੇ ਕਰਕੇ ਸ਼ੁਰੂ ਕੀਤੀ ਕਿ ਪੈਟ ਡੌਗ ਉਹਨਾਂ ਦੇ ਕੋਲ ਹੀ ਰਵੇ ਅਤੇ ਟਰੀਟਮੈਂਟ ਸਾਡੇ ਵੱਲੋਂ ਮਿਲਦਾ ਰਹੇ। ਹੁਣ ਭਾਵੇਂ ਉਹਨੂੰ ਟਰੀਟਮੈਂਟ ਚਾਹੀਦਾ ਹੈ, ਭਾਵੇਂ ਉਹਨੂੰ ਕੋਈ ਹੋਰ ਖਾਣ ਪੀਣ ਦੀ ਚੀਜ਼ ਚਾਹੀਦੀ, ਅਸੀਂ ਸਾਰਾ ਪ੍ਰੋਵਾਈਡ ਕਰਦੇ ਹਾਂ ਉਹਨੂੰ। ਜੇਕਰ ਕੋਈ ਦੇਖਿਆ ਹੋਵੇਗਾ ਕਿ ਸੜਕ ਤੇ ਜਾਨਵਰਾਂ ਨੂੰ ਛੱਡ ਜਾਂਦਾ ਹੈ ਬਿਮਾਰੀ ਤੋਂ ਬਾਅਦ, ਤੇ ਤੁਹਾਡੇ ਕਹਿਣ ਤੋਂ ਬਾਅਦ ਜਾਂ ਉਸ ਜਾਨਵਰ ਦੇ ਇਲਾਜ ਤੋਂ ਬਾਅਦ ਉਸ ਫੈਮਿਲੀ ਨੇ ਉਸ ਜਾਨਵਰ ਨੂੰ ਅਪਣਾਇਆ ਵੀ ਹੈ? ਹਾਂਜੀ, ਅਪਣਾਉਂਦੇ। ਅਸੀਂ ਦੇਖਦੇ ਹਾਂ ਜੇ ਕੁਝ ਜ਼ਿਆਦਾ ਹੀ ਕਰੂਲ ਹੈ ਫੈਮਿਲੀ, ਜਾਂ ਜ਼ਿਆਦਾ ਹੀ ਕੁਝ ਨਹੀਂ ਆਪਾਂ ਭਰੋਸਾ ਕਰ ਸਕਦੇ, ਫਿਰ ਆਪਾਂ ਧੱਕੇ ਨਾਲ ਨਹੀਂ ਕਿਸੇ ਕੋਲ ਦਿਖਾਈਦਾ। ਆਪਾਂ ਜੇ ਸਾਨੂੰ ਉੱਦਾਂ ਵੀ ਪਤਾ ਚੱਲ ਜਾਵੇ ਨਾ, ਇਹ ਤਾਂ ਚਲੋ ਬਿਮਾਰੀ ਲਈ ਗੱਲ ਆਪਾਂ ਛੱਡ ਹੀ ਦਈਏ, ਸਾਨੂੰ ਉੱਦਾਂ ਵੀ ਪਤਾ ਚੱਲ ਜਾਏ ਕਿ ਫੈਮਿਲੀ ਆਪਣੇ ਪੈਟ ਨੂੰ ਬਹੁਤ ਜ਼ਿਆਦਾ ਹੀ ਤੰਗ ਕਰੇ, ਉੱਦਾਂ ਹੀ ਪਹੁੰਚਦੇ ਦੱਸਦੇ ਆ ਤੂੰ ਸਾਨੂੰ ਦੇ ਦੇ, ਤੂੰ ਐਵੇਂ ਧੱਕੇ ਨਾਲ ਕਿਉਂ ਪਾਲੀ ਜਾਂਦਾ ਆ, ਸਾਨੂੰ ਫੜਾ ਦੇ, ਅਸੀਂ ਲੈ ਜਾਂਦੇ। ਤੇ ਸਰ ਰੋਜ਼ ਦਾ ਕਿੰਨਾ ਕੁ ਖਰਚਾ ਆ ਜਾਂਦਾ ਹੈ? ਖਰਚਾ ਦੇਖੋ ਜੀ, ਹੁਣ ਅਸੀਂ ਫੈਸਿਲਿਟੀ ਦੇ ਰਹੇ ਹਾਂ ਫ੍ਰੀ, ਸੋ ਬੜੀ ਲਾਜ਼ਮੀ ਜੀ ਗੱਲ ਆ ਕਿ ਬਹੁਤ ਸਾਰੇ ਲੋਕ ਆ ਜੋ ਐਨੀਮਲਸ ਦੀ ਭਲਾਈ ਲਈ ਇਹਨੂੰ ਯੂਜ਼ ਕਰਦੇ ਆ। ਹਰ ਕਿਸੇ ਨੂੰ ਹਿੰਦੁਸਤਾਨ ਹੈਗਾ ਆ, ਗਰੀਬੀ ਹੈਗੀ ਆ, ਔਰ ਇਸ ਫੈਸਿਲਿਟੀ ਦਾ ਫਾਇਦਾ ਬਹੁਤ ਲੋਕ ਲੈਂਦੇ ਆ, ਔਰ ਉਹ ਫਾਇਦਾ ਉਹਨਾਂ ਦੇ ਜ਼ਰੀਏ ਐਨੀਮਲਸ ਨੂੰ ਬੇਸਿਕਲੀ ਮਿਲ ਜਾਂਦਾ ਆ। ਸੋ ਐਕਸਪੈਂਸ ਤਾਂ ਓਬਵੀਅਸਲੀ ਬਹੁਤ ਜ਼ਿਆਦਾ ਆ, ਲੱਖਾਂ ਤੱਕ ਐਕਸਪੈਂਸ ਪਹੁੰਚ ਚੁੱਕਾ ਆ ਇਹ ਵੀ, ਅਤੇ ਇਹ ਇੱਕ ਸਰਵਿਸ ਸਾਡੇ ਇਸ ਪਾਸੇ ਚੱਲ ਰਹੀ ਹੈ। ਦੂਸਰਾ ਜੋ ਅਸੀਂ ਅਪਗ੍ਰੇਡੇਸ਼ਨ ਚਾਹੁੰਦੇ ਹਾਂ, ਅਸੀਂ ਐਨੀਮਲ ਹਸਪੀਟਲ ਬਣਾਉਣਾ ਚਾਹੁੰਦੇ ਹਾਂ, ਉਹਦੇ ਲਈ ਅਸੀਂ ਅਲੱਗ ਤੋਂ ਇੱਕ ਫੰਡਿੰਗ ਕਰਨਾ ਚਾਹੁੰਦੇ ਹਾਂ। ਸੋ ਜਿਹਦੇ ਵਿੱਚ ਜੋ ਬੰਦਾ ਜਿੱਥੇ ਸਪੋਰਟ ਕਰੇ ਓਨਾ ਹੀ ਬੈਟਰ ਹੈ, ਅਤੇ ਅਸੀਂ ਇਸ ਨੂੰ ਹੋਰ ਵੱਡੇ ਲੈਵਲ 'ਤੇ ਲੈ ਕੇ ਜਾ ਪਾਵਾਂਗੇ। ਅਤੇ ਹੋਰ ਵੀ ਸ਼ਹਿਰਾਂ ਦੇ ਵਿੱਚ ਇਹ ਜੋ ਯੂਨਿਟਸ ਹੈਗੇ ਆ ਖੋਲ੍ਹਣਾ ਚਾਹੁੰਦੇ ਹਾਂ ਕਿ ਹਰ ਜਗ੍ਹਾ ਇਹ ਪੈਸੇ ਦਾ ਲਾਲਚ ਛੱਡ ਕੇ ਸੇਵਾ ਦੇ ਭਾਵ ਲੋਕਾਂ ਦੇ ਅੰਦਰ ਪੈਦਾ ਹੋਣ। ਤੁਸੀਂ ਸੋਚਿਆ ਵੀ ਕਿ ਰੋਜ਼ ਦੇ ਇੰਨੇ ਜਾਨਵਰਾਂ ਦਾ ਹੀ ਇਲਾਜ ਕਰਾਉਣਾ ਹੈ, ਜਾਂ ਫਿਰ ਜਿੰਨੇ ਵੀ ਜਾਨਵਰ ਆ ਜਾਣ ਉਹਨਾਂ ਦਾ ਇਲਾਜ ਕਰਵਾਉਂਦੇ ਹੀ ਹੋ? ਦੇਖੋ, ਜਿੰਨੇ ਮਰਜ਼ੀ ਆ ਜਾਣ, ਸਾਡੇ ਵੱਲੋਂ ਕਿਸੇ ਨੂੰ ਕੋਈ ਨਾ ਨਹੀਂ ਹੈਗੀ। ਪੈਸੇ ਸਾਡੇ ਕੋਲ ਹੋਣ ਭਾਵੇਂ ਨਾ ਹੋਣ, ਆਪਾਂ ਇਸ ਟਾਈਮ ਡਾਕਟਰ ਸਾਹਿਬ ਹੈਗੇ ਆ, ਜਾਂ ਜਿੱਥੋਂ ਅਸੀਂ ਮੈਡੀਸਿਨ ਲੈਂਦੇ ਹਾਂ, ਜਾਂ ਜਿੱਥੋਂ ਬਲੱਡ ਟੈਸਟ ਕਰਾਉਂਦੇ ਹਾਂ, ਜਾਂ ਜਿੱਥੋਂ ਐਕਸਰੇ ਕਰਾਉਂਦੇ ਹਾਂ, ਜਾਂ ਸਰਜਰੀਜ਼ ਕਰਾਉਂਦੇ ਹਾਂ, ਸਾਡਾ ਹੁਣ ਕਈ ਸਾਲ ਹੋ ਗਏ ਕਰਦੇ ਨੂੰ, ਹੁਣ ਸਾਡਾ ਕ੍ਰੈਡਿਟ ਚੱਲ ਜਾਂਦਾ ਆ। ਤੁਸੀਂ ਉੱਥੇ ਬਿਲੀਵ ਨਹੀਂ ਕਰੋਗੇ, ਪਰ ਹਰ ਵੇਲੇ ਅਸੀਂ ਲੱਖਾਂ ਦੇ ਕਰਜ਼ੇ 'ਚ ਹੀ ਹੁੰਦੇ ਹਾਂ, ਪਰ ਚੱਲੀ ਜਾਂਦਾ ਆ, ਰੁਕਿਆ ਕੁਛ ਨਹੀਂ ਹੈਗਾ। ਅਸੀਂ ਨਹੀਂ ਕਿਸੇ ਨੂੰ ਕਹਿੰਦੇ ਜੀ ਨਾ ਲੈ ਕੇ ਆਓ, ਸਾਡੇ ਕੋਲ ਕਰਜ਼ਾ ਬਹੁਤ ਆ ਜਾਂ ਸਾਡੇ ਕੋਲ ਮਜਬੂਰੀ ਆ, ਅਸੀਂ ਕਿਸੇ ਨੂੰ, ਉਹ ਸਾਡੀ ਪਰਸਨਲ ਗੱਲ ਆ, ਅਸੀਂ ਕਹਿੰਦੇ ਲਿਆਓ, ਜਿਹਨੂੰ ਲਿਆ ਸਕਦੇ ਲਿਆਓ, ਜੋ ਹੋਏਗਾ ਦੇਖਿਆ ਜਾਏਗਾ, ਪਰਮਾਤਮਾ 'ਤੇ ਸਾਨੂੰ ਪੂਰਾ ਭਰੋਸਾ ਆ। ਜੀ ਬਿਲਕੁਲ। ਸੋ ਹੁਣ ਅਸੀਂ ਉਸ ਕਲੀਨਿਕ ਦੇ ਵਿੱਚ ਚੱਲਦੇ ਹਾਂ ਜਿੱਥੇ ਕਿ ਇਹਨਾਂ ਨੇ ਦਵਾਈਆਂ ਰੱਖੀਆਂ ਹੋਈਆਂ ਨੇ। ਹੁਣ ਅਸੀਂ ਉਸ ਕਲੀਨਿਕ 'ਚ ਪਹੁੰਚੇ ਹਾਂ ਜਿੱਥੇ ਕਿ NGO ਵਾਲਿਆਂ ਨੇ ਆਪਣੀਆਂ ਦਵਾਈਆਂ ਵੀ ਰੱਖੀਆਂ ਹੋਈਆਂ ਨੇ। ਸੋ ਡਾਕਟਰ ਰਜਤ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਨਮਸਕਾਰ ਡਾਕਟਰ ਸਾਹਿਬ। ਹਾਂਜੀ, ਨਮਸਕਾਰ ਜੀ। ਸਰ, ਕਿਹੋ ਜਿਹੇ ਜਿਹੜੇ ਜਾਨਵਰਾਂ ਦੀ ਇਲਾਜ ਤੁਸੀਂ ਕਰਦੇ ਹੋ? ਸਿਰਫ ਕੁੱਤਿਆਂ ਦਾ ਕਰਦੇ ਹੋ ਜਾਂ ਫਿਰ ਹੋਰ ਵੀ ਜਾਨਵਰਾਂ ਦਾ ਇਲਾਜ ਕਰਦੇ ਹੋ? ਨਹੀਂ, ਇੱਥੇ ਜੀ ਕਲੀਨਿਕ ਦੇ ਵਿੱਚ ਤਾਂ ਡੌਗ ਐਂਡ ਕੈਟ ਦਾ ਹੀ ਪੋਸੀਬਲ ਹੋ ਪਾਉਂਦਾ, ਕਿਉਂਕਿ ਡੌਗ ਤੇ ਕੈਟ ਨੂੰ ਕਲੀਨਿਕ 'ਤੇ ਲਿਆਉਣਾ ਸੌਖਾ ਹੈ ਲੋਕਾਂ ਲਈ ਉਠਾ ਕੇ। ਅਤੇ ਜੇ ਗੱਲ ਲਾਰਜ ਐਨੀਮਲ ਦੀ ਆਉਂਦੀ ਹੈ ਵੀ ਗਾਵਾਂ ਦੀ, ਮੱਝਾਂ ਦੀ, ਫਿਰ ਉੱਥੇ ਸਾਨੂੰ ਜਾਣਾ ਪੈਂਦਾ ਜੇ ਕੋਈ ਸਟੇ ਲਾਰਜ ਐਨੀਮਲ ਹੈਗਾ, ਅਤੇ ਵੀ ਜੇ ਕੋਈ ਬਿਮਾਰ ਹੈ ਜਾਂ ਕੋਈ ਇੰਜਰਡ ਹੈ ਤਾਂ ਫਿਰ ਅਸੀਂ ਉੱਥੇ ਜਾ ਕੇ ਉਹਦਾ ਟਰੀਟਮੈਂਟ ਕਰਦੇ। ਸਰ, ਅਪ੍ਰੈਲ ਮਈ ਦਾ ਮਹੀਨਾ ਹੈ, ਅਗਲੇ ਬਰਸਾਤਾਂ ਵੀ ਸ਼ੁਰੂ ਹੋ ਜਾਣਗੀਆਂ, ਇਸ ਟਾਈਮ ਜਾਨਵਰਾਂ ਨੂੰ ਕਿਹੋ ਜਿਹੀਆਂ ਬਿਮਾਰੀਆਂ ਲੱਗ ਰਹੀਆਂ ਨੇ? ਦੇਖੋ, ਮੋਸਟਲੀ ਆ ਜਿਹੜਾ ਗਰਮੀ ਵਾਲਾ ਮੌਸਮ ਆਉਂਦਾ ਹੈ, ਇਹਦੇ ਵਿੱਚ ਜ਼ਿਆਦਾਤਰ ਨਾ ਜ਼ਖਮਾਂ ਦੇ ਕੇਸ ਵਿੱਚ ਕੀੜੇ ਪੈ ਜਾਂਦੇ ਆ, ਚਾਹੇ ਉਹ ਗਾਂ ਹੈ, ਚਾਹੇ ਮੱਝ ਹੈ, ਚਾਹੇ ਉਹ ਡੌਗ ਹੈ, ਚਾਹੇ ਕੈਟ ਹੈ। ਤੋ ਆਹ ਮੌਸਮ ਦੇ ਵਿੱਚ ਕੀ ਹੁੰਦਾ, ਜੇ ਕੋਈ ਛੋਟਾ ਮੋਟਾ ਜ਼ਖਮ ਹੁੰਦਾ ਹੈ, ਜੇ ਜਾਨਵਰ ਆਪ ਹੀ ਉਹਨੂੰ ਛਿੱਲ ਕੇ ਵੱਡਾ ਕਰ ਲੈਂਦਾ ਅਤੇ ਉੱਤੇ ਜੇ ਮੱਖੀ ਪੈਂਦੀ ਤਾਂ ਕੀੜੇ ਪੈ ਜਾਂਦੇ ਆ। ਅਤੇ ਖਾਸ ਕਰ ਆਹ ਮੌਸਮ 'ਚ, ਗਰਮੀਆਂ ਅਤੇ ਬਾਰਿਸ਼ਾਂ ਵਾਲੇ ਮੌਸਮ ਦੇ ਵਿੱਚ, ਜਿਹਨੂੰ ਆਪਾਂ ਮੈਗਟ ਵੂੰਡ ਕਹਿੰਦੇ ਆ, ਅਤੇ ਉਹ ਕੇਸ ਜ਼ਿਆਦਾ ਆਉਂਦੇ ਆ। ਪਲੱਸ ਇਹਨਾਂ ਦੀ ਜਿੱਦਾਂ ਬਾਹਰ ਸਟੇ ਡੌਗਸ ਹੁੰਦੇ ਆ, ਇਹਨਾਂ ਦੀ ਵੈਕਸੀਨੇਸ਼ਨ ਨਹੀਂ ਹੋਈ ਹੁੰਦੀ। ਜਿਹੜੇ ਛੋਟੇ ਬੱਚਿਆਂ ਨੂੰ ਸ਼ੁਰੂਆਤੀ ਤੌਰ 'ਤੇ ਆਪਣਾ ਕੁਝ ਬਿਮਾਰੀਆਂ ਤੋਂ ਬਚਾਅ ਵਾਸਤੇ ਟੀਕੇ ਲੱਗਦੇ, ਜਿਹਨੂੰ ਆਪਾਂ ਵੈਕਸੀਨੇਸ਼ਨ ਕਹਿੰਦੇ, ਉਹ ਨਹੀਂ ਹੋਈ ਹੁੰਦੀ, ਅਤੇ ਉਹ ਵਾਇਰਸ ਜਿਹੜਾ ਹੈ ਇਸ ਮੌਸਮ 'ਚ ਜ਼ਿਆਦਾ ਫੈਲਦਾ।
ਤੇ ਜਿਹਨੂੰ ਆਪਾਂ ਪਾਰਵੋ ਵਾਇਰਸ ਦਾ ਨਾਂ ਦਿੰਦੇ ਹਾਂ। ਤੇ ਪਾਰਵੋ ਵਾਇਰਸ ਦੇ ਕੇਸਿਸ ਇਸ ਮੌਸਮ 'ਚ ਬਹੁਤ ਜ਼ਿਆਦਾ ਹੁੰਦੇ ਆ, ਜਿਹਦੇ ਵਿੱਚ ਸਾਨੂੰ ਉਹਨੂੰ ਗਲੂਕੋਜ਼ ਚੜ੍ਹਾ ਕੇ ਉਹਨੂੰ ਠੀਕ ਕਰਨਾ ਪੈਂਦਾ। ਤੇ ਸਰ ਕ੍ਰਿਟੀਕਲ ਕੰਡੀਸ਼ਨ 'ਚ ਕਿੰਨੇ ਕੁ ਜ਼ਿਆਦਾ ਆਏ ਹੋਏ ਨੇ ਜਿਹੜੇ ਜਾਨਵਰਾਂ ਨੂੰ ਤੁਹਾਨੂੰ ਇਲਾਜ ਕਰਨ ਦੇ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ? ਦੇਖੋ ਮੋਸਟਲੀ ਜਿਹੜਾ ਸਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਉਹ ਇਹ ਕਰਨਾ ਪੈਂਦਾ ਹੈ ਵੀ ਜੇ ਕਿਸੇ ਦੇ ਘਰ ਦੇ ਬਾਹਰ ਜਾਂ ਕਿਸੇ ਦੇ ਦੁਕਾਨ ਦੇ ਬਾਹਰ ਕੋਈ ਇਸ ਤਰ੍ਹਾਂ ਦਾ ਜਾਨਵਰ ਹੈ ਜਿਹਨੂੰ ਆ ਪਾਰਵੋ ਵਾਇਰਸ ਵਰਗੀ ਕੋਈ ਬਿਮਾਰੀ ਹੋ ਗਈ ਹੈ, ਜਿਹਨੂੰ 5-7 ਦਿਨ ਮਿਨੀਮਮ ਟਾਈਮ ਲੱਗ ਜਾਂਦਾ ਠੀਕ ਹੋਣ 'ਚ, ਉੱਥੇ ਫਿਰ ਉਹਨੂੰ ਅਲੱਗ ਤੋਂ ਰੱਖਣਾ ਪੈਂਦਾ ਬੱਚੇ ਦੀ ਟੇਕ ਕੇਅਰ ਕਰਨ ਦੀ। ਤੇ ਉਹ ਸਾਡੇ ਕੋਲ ਸ਼ੈਲਟਰ ਇੱਥੇ ਨਹੀਂ ਹੈਗਾ। ਮੇਨ ਸਾਨੂੰ ਪ੍ਰੋਬਲਮ ਸ਼ੈਲਟਰ ਦੀ ਆਉਂਦੀ। ਜੇ ਕਿਸੇ ਦੇ ਕੀੜੇ ਪੈ ਗਏ, ਜ਼ਖਮ ਵੱਡਾ, ਉਹਨੂੰ 10-15 ਦਿਨ ਲੱਗ ਜਾਣੇ ਠੀਕ ਹੋਣ ਦੇ ਵਿੱਚ, ਉਹਨੂੰ ਫਿਰ ਅਲੱਗ ਥੋੜ੍ਹਾ ਆਪਣਾ ਸਾਫ਼ ਸੁਥਰੀ ਜਗ੍ਹਾ 'ਤੇ ਰੱਖਣਾ ਪੈਂਦਾ। ਉਹਨੂੰ ਜੇ ਬਾਹਰ ਇੱਦਾਂ ਹੀ ਛੱਡ ਦਈਏ ਉਹ ਫਿਰ ਅਗਲੇ ਦਿਨ ਵੀ ਸੇਮ ਕੰਡੀਸ਼ਨ ਹੁੰਦੀ ਹੈ। ਜੇ ਅਸੀਂ ਇਲਾਜ ਵੀ ਕਰੀਏ ਪ੍ਰੋਪਰ ਤੇ ਫਿਰ ਉਹਨੂੰ ਸੇਮ ਉਸੇ ਅਨਹਾਈਜੀਨਿਕ ਕੰਡੀਸ਼ਨ 'ਤੇ ਰੱਖਦੇ ਹਾਂ ਤੇ ਫਿਰ ਉਹਦਾ ਇਲਾਜ ਸਹੀ ਹੋ ਨਹੀਂ ਪਾਉਂਦਾ। ਜੇ ਸਾਨੂੰ ਸ਼ੈਲਟਰ ਮਿਲ ਜਾਂਦਾ, ਕਈ ਵਾਰੀ ਸਾਨੂੰ ਕੋਈ ਫੋਸਟਰ ਹੋਮ ਮਿਲ ਜਾਂਦਾ, ਕੋਈ ਸੇਵਾ ਕਰਨ ਨੂੰ ਤਿਆਰ ਹੋ ਜਾਂਦਾ, ਉਹ ਕਹਿੰਦਾ ਜੀ ਮੈਂ 10-15 ਦਿਨ ਆਪਣੇ ਕੋਲ ਰੱਖ ਲੂँਗਾ, ਤੁਸੀਂ ਇਹਦਾ ਇਲਾਜ ਕਰ ਦਿਓ, ਤੇ ਉਹਦਾ NGO ਵੱਲੋਂ ਫ੍ਰੀ ਆਫ ਕਾਸਟ ਟ੍ਰੀਟਮੈਂਟ ਹੋ ਜਾਂਦਾ। 15 ਦਿਨ ਬਾਅਦ ਜਿੱਥੋਂ ਉਠਾਇਆ ਹੁੰਦਾ ਉੱਥੇ ਜਾ ਕੇ ਉਹਨੂੰ ਰੱਖ ਜਾਈਦਾ। ਕਈ ਵਾਰੀ ਸਾਨੂੰ ਉਹ ਚੀਜ਼ ਨਹੀਂ ਮਿਲ ਪਾਉਂਦੀ, ਫਿਰ ਉਹ ਚੀਜ਼ ਜਦੋਂ ਨਹੀਂ ਮਿਲ ਪਾਉਂਦੀ ਫਿਰ ਸਾਨੂੰ ਉਸ ਚੀਜ਼ ਦਾ ਬੜਾ ਮੁਸੀਬਤ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ। ਕਿਉਂਕਿ ਜੇ ਸਾਡੇ ਸ਼ਹਿਰ ਦੇ ਵਿੱਚ ਕੋਈ ਅੱਛਾ ਇਸ ਤਰ੍ਹਾਂ ਦਾ ਕੋਈ ਸ਼ੈਲਟਰ ਬਣ ਜਾਏ ਜਿੱਥੇ ਵੀ ਕਿਸੇ ਨੂੰ ਹਫ਼ਤਾ 10 ਦਿਨ ਲਈ ਸਾਨੂੰ ਰੱਖ ਕੇ ਉਹਦਾ ਟ੍ਰੀਟਮੈਂਟ ਕਰਨਾ ਪਏ, ਫਿਰ ਉਹਨੂੰ ਅਸੀਂ ਦੁਬਾਰਾ ਰਿਲੀਜ਼ ਕਰ ਦਈਏ ਠੀਕ ਹੋਣ ਤੋਂ ਬਾਅਦ, ਫਿਰ ਉਹ ਬਹੁਤ ਅੱਛੀ ਚੀਜ਼ ਹੋਏਗੀ ਜੇ ਸ਼ਹਿਰ ਦੇ ਵਿੱਚ ਕੋਈ ਇੱਦਾਂ ਦੀ ਸ਼ੈਲਟਰ ਹੋਮ ਇੱਕ ਮਿਲ ਜਾਏ ਸਾਨੂੰ। ਸਰ ਆਫਿਸ ਦੀ ਟਾਈਮਿੰਗ ਆਮ ਤੌਰ ਤੇ 9 ਤੋਂ 5 ਜਾਂ 9 ਤੋਂ 6 ਇਸੇ ਤਰ੍ਹਾਂ ਹੁੰਦੀ ਹੈ। ਜੇਕਰ ਤੁਹਾਡੇ ਕੋਲ ਸ਼ਾਮ ਜਾਂ ਰਾਤ ਨੂੰ ਕੇਸ ਆ ਜਾਂਦਾ ਹੈ ਕੋਈ NGO ਵੱਲੋਂ, ਤੇ ਉਹ ਵੀ ਤੁਸੀਂ ਜਿਹੜਾ ਕੇਅਰ ਕਰਦੇ ਹੋ? ਹਾਂਜੀ, ਕਲੀਨਿਕ ਦੇਖੋ ਜੀ ਰਾਤੀ 8 ਵਜੇ ਤੱਕ ਤਾਂ ਓਪਨ ਹੁੰਦਾ। 8 ਵਜੇ ਤੋਂ ਬਾਅਦ ਫਿਰ ਜੇ ਕੋਈ ਐਮਰਜੈਂਸੀ ਕੰਡੀਸ਼ਨ ਹੁੰਦੀ ਹੈ ਤੇ ਅਸੀਂ ਉਹਨੂੰ ਐਮਰਜੈਂਸੀ ਡੀਲ ਕਰੀਦਾ ਰਾਤੀ ਆ ਕੇ, ਚਾਹੇ 11 ਵਜੇ 12 ਵਜੇ ਜਿੰਨੇ ਵੀ ਮਰਜ਼ੀ ਵਜੇ ਹੋ। ਜੀ ਸ਼ੁਕਰੀਆ ਸਰ ਗੱਲਬਾਤ ਦੇ ਲਈ। ਸੋ ਹੁਣ ਦੇਖਦੇ ਹਾਂ ਕਿਹੋ ਜਿਹੀਆਂ ਦਵਾਈਆਂ ਇੱਥੇ ਕਲੀਨਿਕ ਦੇ ਵਿੱਚ ਅਵੇਲੇਬਲ ਨੇ ਤੇ ਕੀ ਰੇਟ ਹੈ ਉਹਨਾਂ ਦਾ। ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਵੱਲੋਂ ਇੱਕ ਕਲੀਨਿਕ ਦੇ ਵਿੱਚ ਦਵਾਈਆਂ ਰੱਖੀਆਂ ਗਈਆਂ ਨੇ, ਉੱਥੇ ਆਏ ਅਸੀਂ ਗੱਲਬਾਤ ਕਰਦੇ ਹਾਂ ਯੂਵੀ ਦੇ ਨਾਲ। ਸਰ ਕਿਹੋ ਜਿਹੀਆਂ ਦਵਾਈਆਂ ਇੱਥੇ ਜਿਹੜੀਆਂ ਅਵੇਲੇਬਲ ਨੇ? ਸਰ ਇੱਥੇ ਜੋ ਮਾਰਕੀਟ ਦੀ ਬੈਸਟ ਕੁਆਲਿਟੀ ਮੈਡੀਸਿਨਸ ਆ, ਨਾ ਕਿ ਸਿਰਫ ਐਨੀਮਲ ਕੈਟੇਗਰੀ ਦੇ ਵਿੱਚ, ਕਿਉਂਕਿ ਸੌਲਟ ਤਾਂ ਸੇਮ ਹੀ ਹੁੰਦੇ ਐਨੀਮਲ ਔਰ ਹਿਊਮਨਸ ਦੇ ਵਿੱਚ ਵੀ। ਤੇ ਇੱਥੇ ਜੋ ਅਸੀਂ ਮੈਡੀਸਿਨਸ ਯੂਜ਼ ਕਰਦੇ ਹਾਂ ਇਹ ਬੈਸਟ ਕੁਆਲਿਟੀ, ਐਕਸਪੈਂਸਿਵ ਔਰ ਸਭ ਤੋਂ ਹਾਈਲੀ ਬੈਸਟ ਰਿਜ਼ਲਟ ਦੇਣ ਲਈ ਜੋ ਮੈਡੀਸਿਨਸ ਹੈਗੀ ਜੋ ਅਸੀਂ ਯੂਜ਼ ਕਰਦੇ ਹਾਂ ਸਾਰੇ ਸਟ੍ਰੇ ਐਨੀਮਲਸ ਲਈ। ਕਿਉਂਕਿ ਅਸੀਂ ਜੇ ਕੋਈ ਸੇਵਾ ਕਰ ਹੀ ਰਹੇ ਹਾਂ ਤੇ ਉਹ ਡਿਪੈਂਡ ਕਰਦਾ ਕਿ ਸਾਡੀ ਸੇਵਾ ਦੀ ਵੀ ਕੀ ਕੁਆਲਿਟੀ ਹੈ। ਸੋ ਆਹ ਦੇਖੋ ਜੀ, ਆਹ ਸਾਹਮਣੇ ਮੈਡੀਸਿਨਸ ਪਈਆਂ, ਆਹ ਇੰਜੈਕਸ਼ਨਸ ਹੈਗੇ ਆ, ਕਰੀਮਾਂ ਹੈਗੀਆਂ, ਪਾਊਡਰ ਹੈਗੇ ਆ, ਐਂਟੀਬਾਇਓਟਿਕਸ ਹੈਗੇ ਆ, ਜੋ ਕਿ ਅਸੀਂ ਸਾਰੇ ਡੌਗਸ ਲਈ ਬਿਲਕੁਲ ਫ੍ਰੀ ਆਫ ਕਾਸਟ ਕਿਸ ਨੂੰ ਚਾਹੀਦੀ ਸਾਡੇ ਕੋਲ ਲੈ ਕੇ ਵੀ ਜਾ ਸਕਦਾ ਆ। ਕਿਸ ਨੇ ਆ ਕੇ ਟ੍ਰੀਟਮੈਂਟ ਕਰਾਉਣਾ ਹੈ ਉਹ ਟ੍ਰੀਟਮੈਂਟ ਵੀ ਕਰਾ ਕੇ ਜਾ ਸਕਦਾ ਆ। ਭਾਵੇਂ ਉਹ ਸਟ੍ਰੇ ਐਨੀਮਲ ਹੋਵੇ, ਭਾਵੇਂ ਤੁਹਾਡੇ ਘਰ 'ਚ ਕੋਈ ਪੈਟ ਕਿਉਂ ਨਹੀਂ ਹੈਗਾ ਆ, ਤੁਸੀਂ ਉਹਦੇ ਲਈ ਨਹੀਂ ਅਫੋਰਡ ਕਰ ਸਕਦੇ, ਤੁਹਾਡੇ ਹਾਲਾਤ ਠੀਕ ਨਹੀਂ ਹੈਗੇ, ਕੰਮ ਕਰ ਸਹੀ ਨਹੀਂ ਹੈਗੇ, ਭਾਵੇਂ ਕਰੋਨਾ ਦੀ ਵਜ੍ਹਾ ਤੋਂ ਜਾਂ ਭਾਵੇਂ ਕਿਸੇ ਵੀ ਕਾਰਨ ਤੋਂ, ਜਾਂ ਤੁਸੀਂ ਆਪਣੇ ਡੌਗ ਦਾ ਇਲਾਜ ਨਹੀਂ ਕਰਾਉਣਾ ਚਾਹੁੰਦੇ, ਤਾਂ ਵੀ ਮੈਨੂੰ ਸੰਪਰਕ ਕਰੋ। ਤੇ ਅਸੀਂ ਜੋ ਇਹ ਸੇਵਾ ਫਿਲਹਾਲ ਇਹ ਚਲਾਈ ਹੋਈ ਹੈ ਔਰ ਐਸੀ ਸੇਵਾ ਨੂੰ ਅਸੀਂ ਅਪਗ੍ਰੇਡ ਕਰਨਾ ਚਾਹੁੰਦੇ ਹਾਂ, ਇਹਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ, ਜਿਹਦੇ ਕਰਕੇ ਅਸੀਂ ਲੋਕਾਂ ਦੇ ਅੱਗੇ ਅਪੀਲ ਕਰ ਰਹੇ ਹਾਂ ਕਿ ਸਾਡੇ ਨਾਲ ਜੁੜੋ, ਸਾਨੂੰ ਸਪੋਰਟ ਕਰੋ। ਅਸੀਂ ਇੱਕ ਹਸਪੀਟਲ ਖੋਲ੍ਹਣਾ ਚਾਹੁੰਦੇ ਹਾਂ, ਸਾਨੂੰ ਡੋਨੇਟ ਕਰੋ ਕਿ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਇਹ ਸਾਰਾ ਜੋ ਪ੍ਰੋਸੈਸ ਹੈਗਾ ਆ ਇਹਦੇ ਵਿੱਚ ਜਿੱਤ ਹਾਸਲ ਕਰ ਪਾਵਾਂਗੇ। ਤੇ ਬਸ ਤੁਹਾਡੇ ਮਾਧਿਅਮ ਤੋਂ ਮੇਰੀ ਸਾਰਿਆਂ ਨਾਲ ਬੇਨਤੀ ਹੈਗੀ ਹੈ ਕਿ ਪਲੀਜ਼ ਸਾਡੇ ਨਾਲ ਜੁੜੋ ਤੇ ਅਸੀਂ ਇੱਕ ਐਨੀਮਲ ਹਸਪੀਟਲ ਬਣਾਈਏ ਜਿਹਦੇ ਵਿੱਚ ਜਿਹੜੇ ਵੀ ਐਕਸੀਡੈਂਟ ਹੁੰਦੇ ਆ, ਕੋਈ ਡਿਜ਼ੀਜ਼ ਕੇਸਿਸ ਆ, ਉੱਥੇ ਲਿਆ ਕੇ ਉਹਨਾਂ ਨੂੰ ਰੱਖ ਕੇ ਜਿੰਨੇ ਵੀ ਦਿਨ ਲੱਗਣੇ ਇੱਕ ਪ੍ਰੋਪਰ ਮੈਡੀਕਲ ਸੈਂਟਰ ਬਣਾਉਣਾ ਚਾਹੁੰਦੇ ਉੱਥੇ ਰੱਖੀਏ। ਔਰ ਇਹ ਮੈਡੀਕਲ ਸੈਂਟਰ ਬਿਲਕੁਲ ਟੋਟਲੀ ਫ੍ਰੀ ਆਫ ਕਾਸਟ ਹੋਏਗਾ, ਕਿਸੇ ਦਾ ਕੋਈ ਪੈਸਾ ਨਹੀਂ ਲੱਗੇਗਾ। ਸਾਡੀ ਸੇਵਾ ਹੁਣ ਤੱਕ ਵੀ 5 ਸਾਲ ਹੋ ਗਏ ਸਾਨੂੰ ਕਰਦਿਆਂ ਨੂੰ, ਇਸ ਵੇਲੇ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ, ਬੜਾ ਸਪੋਰਟ ਮਿਲ ਰਿਹਾ ਆ। ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਹੈ। ਜਿੰਨੇ ਵੀ ਇੱਥੇ ਕੋਈ ਟ੍ਰੀਟਮੈਂਟ ਕਰਾਉਣ ਆਉਂਦਾ ਹੈ ਸਾਨੂੰ ਕੋਈ ਸੰਪਰਕ ਕਰਦਾ ਹੈ, ਜਿਹੜਾ ਵੀ ਇਨਫੋਰਮ ਕਰਾਉਂਦਾ ਆ। ਲੋਕ ਆਪਣੀ ਮਰਜ਼ੀ ਨਾਲ ਡੋਨੇਟ ਕਰਦੇ ਆ, ਸਾਡੇ ਵੱਲੋਂ ਡੋਨੇਸ਼ਨ ਲਈ ਵੀ ਕਿਸੇ ਨੂੰ ਕੋਈ ਫੋਰਸ ਨਹੀਂ ਕੀਤਾ ਜਾਂਦਾ ਆ। ਤੁਹਾਡੀ ਮਰਜ਼ੀ ਹੈ, ਤੁਹਾਡਾ ਦਿਲ ਕਰਦਾ, ਤੁਹਾਨੂੰ ਅੱਛਾ ਲੱਗਦਾ ਤੁਸੀਂ ਡੋਨੇਟ ਕਰੋ। ਔਰ ਹੁਣ ਅਸੀਂ ਲੋਕਾਂ ਨੂੰ ਪਹਿਲੀ ਵਾਰ ਅਪੀਲ ਕਰ ਰਹੇ ਹਾਂ ਕਿ ਸਾਡੇ ਨਾਲ ਜੁੜੋ, ਸਾਨੂੰ ਸਪੋਰਟ ਕਰੋ, ਡੋਨੇਟ ਕਰੋ, ਕਿਉਂਕਿ ਹੁਣ ਅਸੀਂ ਇੱਕ ਵੱਡਾ ਪ੍ਰੋਜੈਕਟ ਕਰਨਾ ਆ। ਸ਼ਹਿਰ ਦੇ ਵਿੱਚ ਇੱਕ ਐਨੀਮਲ ਮੈਡੀਕਲ ਸੈਂਟਰ ਜਾਂ ਹਸਪੀਟਲ ਕਹਿ ਲਓ, ਅਸੀਂ ਉਹ ਬਣਾਉਣਾ ਚਾਹੁੰਦੇ ਹਾਂ। ਤੇ ਇਹਦੇ ਲਈ ਅਸੀਂ ਇਹ ਮੁਹਿੰਮ ਚਲਾਈ ਹੋਈ, ਅਸੀਂ ਕੰਪੇਨਿੰਗ ਕਰ ਰਹੇ ਹਾਂ ਕਿ ਇਹ ਇੱਕ ਸੁਪਨਾ ਆ, ਇੱਕ ਸੁਣਨ ਨੂੰ ਲੱਗਦਾ ਹੈ ਜਿਹਦਾ ਪਤਾ ਨਹੀਂ ਇਹ ਹੋ ਵੀ ਸਕਦਾ ਹੈ ਕਿ ਨਹੀਂ ਹੋ ਸਕਦਾ, ਕਿਉਂਕਿ ਸਾਡੇ ਹਿੰਦੁਸਤਾਨ 'ਚ ਇਹੋ ਜਿਹੀ ਚੀਜ਼ ਕੋਈ ਹੈ ਨਹੀਂ ਗੀ। ਐਨੀਮਲ ਸ਼ੈਲਟਰਸ ਤਾਂ ਬਥੇਰੇ ਹੈਗੇ ਆ, ਲੇਕਿਨ ਅਸੀਂ ਐਨੀਮਲ ਸ਼ੈਲਟਰ ਨਹੀਂ, ਅਸੀਂ ਐਨੀਮਲ ਹਸਪੀਟਲ ਬਣਾਉਣਾ ਚਾਹੁੰਦੇ ਹਾਂ ਇੱਥੇ।
ਉਹ ਵੀ ਬਿਲਕੁਲ ਫ੍ਰੀ ਆਫ ਕਾਸਟ, 10 ਰੁਪਏ ਦੀ ਪਰਚੀ ਵੀ ਨਹੀਂ ਲੱਗੇਗੀ, ਕੋਈ ਪੈਸਾ ਨਹੀਂ ਲੱਗੇਗਾ, ਟੋਟਲੀ ਫ੍ਰੀ ਹੋਏਗਾ ਸਾਰਿਆਂ ਲਈ। ਸੋ ਇੱਕ ਵਾਰੀ ਫਿਰ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਆਪਣੇ ਜਿੰਨੇ ਵੀ ਭਰਾ, ਆਪਣੇ ਭੈਣ, ਸਾਡੇ NRI ਵੀਰ, ਕੋਈ ਇੰਡਸਟਰੀਅਸ ਪਰਸਨ, ਕਿ ਜੇ ਤੁਹਾਨੂੰ ਚੰਗਾ ਲੱਗਦਾ ਆ ਕਿ ਅਸੀਂ ਇਹ ਸਰਵਿਸ ਜੋ ਦੇ ਰਹੇ ਹਾਂ ਇਹ ਅੱਗੇ ਕੰਟੀਨਿਊ ਹੋਵੇ, ਇਹ ਹੋਰ ਅਪਗ੍ਰੇਡਡ ਹੋਵੇ, ਇਹਦਾ ਸਤਰ ਹੋਰ ਉੱਪਰ ਜਾਵੇ, ਤੇ ਸਾਡੇ ਨਾਲ ਜੁੜੋ, ਸਾਨੂੰ ਸਪੋਰਟ ਕਰੋ। ਸਰ ਦਵਾਈਆਂ ਦੇ ਰੇਟ ਕੀ ਨਾਰਮਲ ਹੁੰਦੇ ਇਹਨਾਂ ਦੇ? ਨਹੀਂ, ਬਹੁਤ ਐਕਸਪੈਂਸਿਵ ਦਵਾਈਆਂ ਹੈਗੀਆਂ। ਦੇਖੋ ਦਵਾਈਆਂ ਹਰ ਤਰ੍ਹਾਂ ਦੀਆਂ ਆਉਂਦੀਆਂ ਹੈ। ਹੁਣ ਐਂਟੀਬਾਇਓਟਿਕ ਦੀ ਆਪਾਂ ਗੱਲ ਕਰੀਏ ਤਾਂ ਮਾਰਕੀਟ ਦੇ ਵਿੱਚ 10 ਰੁਪਏ 'ਚ ਵੀ ਸ਼ੁਰੂ ਹੋ ਜਾਂਦਾ ਆ। ਹੁਣ ਅਸੀਂ ਆਹ ਇੱਕ ਰੱਖਿਆ ਜੀ, ਹੁਣ ਇਹਦੀ MRP ਦੇਖੋ, ਜੇ ਤੁਸੀਂ ਦੇਖ ਸਕਦੇ ਹੋ 4600 ਰੁਪਏ MRP ਹੈ। ਇਹ ਜਿਹੜੇ ਸੀਰੀਅਸ ਕੇਸਿਸ ਹੁੰਦੇ ਆ, ਕਿਡਨੀ ਕੇਸਿਸ ਹੁੰਦੇ ਆ, ਇਹ ਇੱਕ ਇੰਜੈਕਸ਼ਨ ਸਵੇਰੇ ਵੀ ਲੱਗਦਾ ਹੈ, ਸ਼ਾਮੀ ਵੀ ਲੱਗਦਾ ਹੈ। ਇਹ ਲੋਕਾਂ ਦੇ ਸਹਿਯੋਗ ਤੋਂ ਚੱਲਦਾ ਆ। ਜੋ ਵੀ ਲੋਕ ਸੇਵਾ ਭੇਜਦੇ ਆ, ਤੁਸੀਂ ਜਾਂ ਡਾਇਰੈਕਟ ਸਾਨੂੰ ਮੈਡੀਸਿਨ ਵੀ ਡੋਨੇਟ ਕਰ ਸਕਦੇ ਹੋ, ਡਾਕਟਰਸ ਦੀ ਫੀਸ ਡੋਨੇਟ ਕਰ ਸਕਦੇ ਹੋ, ਲੈਬੋਰਟਰੀ ਟੈਸਟ ਡੋਨੇਟ ਕਰ ਸਕਦੇ ਹੋ, ਐਕਸ-ਰੇ ਡੋਨੇਟ ਕਰ ਸਕਦੇ ਹੋ। ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਅਸੀਂ ਇਹ ਨਹੀਂ ਕਿਸੇ ਦੀ ਹੱਡੀ ਟੁੱਟ ਗਈ ਤਾਂ ਹਸਪਤਾਲ ਲਿਆ ਕੇ ਇਲਾਜ ਕਰਤਾ, ਨਹੀਂ, ਅਸੀਂ ਪ੍ਰੋਸੀਜਰ ਤਾਂ ਚੱਲਦੇ ਹਾਂ। ਸਾਡੇ ਬੱਚੇ ਨੂੰ ਅਸੀਂ ਜੋ ਦੇ ਸਕਦੇ ਹਾਂ ਨਾ, ਅਸੀਂ ਉਹੀ, ਜੇ ਅਸੀਂ ਕਹਿੰਦੇ ਹਾਂ ਕਿ ਇਹ ਬੇਜ਼ੁਬਾਨ ਸਾਡੇ ਬੱਚਿਆਂ ਵਾਂਗ ਆ, ਤੇ ਸਾਡਾ ਫਰਜ਼ ਬਣਦਾ ਆ ਕਿ ਅਸੀਂ ਇਹਨਾਂ ਨੂੰ ਜੋ ਮੈਡੀਕਲ ਸਰਵਿਸ ਆ ਇਹ ਵੀ ਉਹੀ ਦਈਏ ਜਿਹੋ ਜਿਹੀ ਅਸੀਂ ਆਪਣੇ ਬੱਚਿਆਂ ਨੂੰ ਦਿੰਦੇ ਹਾਂ। ਆ ਇੰਜੈਕਸ਼ਨਸ ਹੈਗੇ ਆ ਡਾਕਸੀਸਾਈਕਲਿਨ ਦੇ, ਹੁਣ ਇਹਦੀ ਟੈਬਲੇਟ ਵੀ ਆਉਂਦੀ ਆ, ਬਟ ਅਸੀਂ ਇੰਜੈਕਸ਼ਨ ਲਾਉਂਦੇ ਹਾਂ। ਟੈਬਲੇਟ ਇੰਜੈਕਸ਼ਨ ਦਾ ਕੀ ਫਰਕ ਆ? ਟੈਬਲੇਟ 50 ਰੁਪਏ ਦੀ, ਇੰਜੈਕਸ਼ਨ 500 ਰੁਪਏ ਦਾ ਆ, ਜਿੱਦਾਂ ਦਾ ਜਲਦੀ ਰਿਜ਼ਲਟ ਆਉਂਦਾ ਆ। ਜੇ ਕਿਸੇ ਡੌਗ ਦੇ ਸੈੱਲ ਘਟ ਗਏ ਤੇ ਉਹਦੇ ਲਈ ਅਸੀਂ ਆ ਯੂਜ਼ ਕਰਦੇ ਹਾਂ ਬੇਸਿਕਲੀ। ਬਾਕੀ ਆ ਮੌਕਸੀ ਪਿਆ, ਸੈਫਟਰੈਕ, ਸਲਬੈਕਟਮ ਹੈਗਾ ਆ। ਸੈਫਟਰੈਕ ਤੋਂ ਸਲਬੈਕਟਮ ਹਟਾ ਦਿਓ ਤੇ 90% ਕਾਸਟ ਘਟ ਜਾਂਦੀ ਹੈ, ਬਟ ਸੈਫਟਰਾਜ਼ੋਨ ਦੇ ਨਾਲ ਸਲਬੈਕਟਮ ਜਦੋਂ ਲੱਗਦਾ ਨਾ ਤਾਂ ਰਿਜ਼ਲਟ ਮਿਲਦਾ ਆ, ਉਹਦੇ ਨਾਲ ਕਾਸਟ ਬਹੁਤ ਵੱਧ ਜਾਂਦੀ ਹੈ। ਸੋ ਜੋ ਵੀ ਸਾਡੇ ਦਿਮਾਗ ਦੇ ਵਿੱਚ ਜਾਂ ਸਾਨੂੰ ਜਿੰਨੀ ਸਮਝ ਆ, ਜਿੰਨੀ ਸੋਚ ਆ, ਲੱਗੇ ਸਾਡੇ ਤੋਂ ਸਿਆਣੇ ਬਹੁਤ ਬੈਠੇ ਹੋਣੇ ਆ, ਸੁਣ ਰਹੇ ਹੋਣੇ ਆ, ਕੋਈ ਐਡਵਾਈਸ ਹੈਗੀ ਤੁਸੀਂ ਸਾਨੂੰ ਜ਼ਰੂਰ ਕਰੋ। ਮਤਲਬ ਜ਼ਰੂਰੀ ਨਹੀਂ ਕਿ ਬੰਦਾ ਪੈਸੇ ਦੇਵੇ, ਦਵਾਈਆਂ ਵੀ ਡੋਨੇਟ ਕਰ ਸਕਦਾ ਹੈ, ਕਿਸੇ ਤਰ੍ਹਾਂ ਦਾ ਵੀ ਇਲਾਜ ਕਰਾਉਣਾ ਉਹ ਵੀ ਕਰਵਾ ਸਕਦਾ ਹੈ। ਜਿਹੜੇ ਵੀ ਤਰੀਕੇ ਤੁਹਾਡੇ ਮਨ ਜਿੱਥੇ ਖੜਦਾ ਆ, ਜਿੱਥੇ ਤੁਹਾਡਾ ਮਨ ਸਟੈਂਡ ਲੈਂਦਾ ਆ ਕਿ ਹਾਂਜੀ ਸਾਨੂੰ ਆਹ ਸੇਵਾ ਕਰਨੀ ਚਾਹੀਦੀ ਹੈ, ਤੁਸੀਂ ਸਾਨੂੰ ਸੇਵਾ ਕਰੋ। ਹਰ ਰੋਜ਼ 30 ਤੋਂ 35 ਨਵੇਂ ਕੇਸਿਸ ਸਾਡੇ ਕੋਲ ਆਉਂਦੇ ਆ, ਜਿਨ੍ਹਾਂ ਨੂੰ ਅਸੀਂ ਅੱਜ ਦੀ ਡੇਟ 'ਚ ਇਹ ਆਫਰ ਕਰ ਰਹੇ ਹਾਂ ਕਿ ਜਿੱਥੇ ਵੀ ਕਿਸੇ ਨੂੰ ਕੋਈ ਵੀ ਡੌਗ, ਕੈਟ, ਕੋਈ ਐਨੀਮਲ ਕਿਤੇ ਇੰਜਰਡ ਮਿਲਦਾ ਆ, ਉਹਦੇ ਤੁਸੀਂ ਉਹਨੂੰ ਛੱਡ ਕੇ ਜਾਓ ਨਾ। ਜੇ ਕੋਈ ਨਹੀਂ ਆਉਂਦਾ ਆ, ਸਾਡੀ ਕੋਸ਼ਿਸ਼ ਹੁੰਦੀ ਪਹੁੰਚਣ ਦੀ, ਬਟ ਅਸੀਂ ਵੀ ਇੱਕ ਦਿਨ 'ਚ 1-2 ਜਗ੍ਹਾ 3 ਜਗ੍ਹਾ ਪਹੁੰਚ ਸਕਦੇ, 50 ਜਗ੍ਹਾ ਅਸੀਂ ਵੀ ਨਹੀਂ ਪਹੁੰਚ ਸਕਦੇ। ਤੇ ਤੁਸੀਂ ਉਹਨੂੰ ਚੱਕੋ, ਉਹਨੂੰ ਲੈ ਕੇ ਜਾਓ, ਉਹਦਾ ਟਰੀਟਮੈਂਟ ਕਰਾਓ, ਤੁਹਾਨੂੰ ਅਸੀਂ ਖਰਚਾ ਅਸੀਂ ਸਪਾਂਸਰ ਕਰਾਂਗੇ। ਅਸੀਂ ਇਸ ਵੇਲੇ ਦੇ ਰਹੇ ਹਾਂ ਜੋ ਆਫਰ ਸਾਰੀ ਚੱਲ ਰਹੀ ਪਿਛਲੇ ਕਈ ਸਾਲਾਂ ਤੋਂ, ਔਰ ਐਸੀ ਕਰਕੇ ਹੀ ਸਾਨੂੰ ਸਾਰਿਆਂ ਦਾ ਪਿਆਰ ਮਿਲਿਆ, ਸਹਿਯੋਗ ਮਿਲਿਆ। ਔਰ ਹੁਣ ਇਸ ਚੀਜ਼ ਨੂੰ ਅਸੀਂ ਹੁਣ ਅੱਗੇ ਵਧਾਉਣਾ ਚਾਹੁੰਦੇ ਹਾਂ, ਕਿਉਂਕਿ ਹਰ ਕੋਈ ਨਹੀਂ ਚੱਕ ਸਕਦਾ ਐਨੀਮਲ ਨੂੰ। ਹਰ ਲੋਕੀ ਚਾਹੁੰਦੇ ਅਸੀਂ ਕਾਲ ਕੀਤੀ ਹੈ, ਹੁਣ ਤੁਸੀਂ ਜਿੱਦਾਂ ਮਰਜ਼ੀ ਆਓ। ਅਸੀਂ ਕਿਤੇ ਹੋਰ ਬਿਜ਼ੀ ਹਾਂ ਜਾਂ ਅਸੀਂ ਕੋਈ ਹੋਰ ਕੇਸ ਕਰ ਰਹੇ ਹਾਂ, ਇਹ ਉਹਨਾਂ ਦਾ ਕੋਈ ਮਤਲਬ ਨਹੀਂ ਆ ਜਿਹੜਾ ਸਾਨੂੰ ਕਾਲ ਕਰ ਰਿਹਾ ਆ। ਉਹਨਾਂ ਦਾ ਮਤਲਬ ਇਹ ਹੈ ਕਿ ਉਹਨਾਂ ਦੇ ਸਾਹਮਣੇ ਵੀ ਇੱਕ ਹੋਰ ਜੀਵ ਆ, ਉਹ ਤੜਪ ਰਿਹਾ ਆ। ਬਿਲਕੁਲ, ਤੁਸੀਂ ਤੁਹਾਨੂੰ ਤਾਂ ਪਹੁੰਚਣਾ ਪਏਗਾ, ਭਾਵੇਂ ਅਸੀਂ ਬਿਮਾਰ ਹਾਂ, ਭਾਵੇਂ ਅਸੀਂ ਕਿਤੇ ਹੋਰ ਬਿਜ਼ੀ ਹਾਂ, ਜਾਂ ਭਾਵੇਂ ਕਿਸੇ ਹੋਰ ਦਾ ਅਸੀਂ ਇਲਾਜ ਕਰ ਰਹੇ ਹਾਂ, ਪਰ ਸਾਨੂੰ ਉੱਥੇ ਪਹੁੰਚਣਾ ਪਏਗਾ। ਇਸ ਚੀਜ਼ ਨੂੰ ਅਪਗ੍ਰੇਡ ਕਰਨ ਲਈ ਸਾਨੂੰ ਇੱਕ ਇਨਫਰਾਸਟ੍ਰਕਚਰ ਦੀ ਲੋੜ ਹੈ। ਉੱਥੇ ਅਸੀਂ ਪ੍ਰੋਫੈਸ਼ਨਲ ਟੀਮ ਰੱਖਾਂਗੇ, ਇੱਕ ਐਂਬੂਲੈਂਸ ਸ਼ੁਰੂ ਕਰਾਂਗੇ। ਤਾਂ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਹੁਣ ਸਾਡੇ ਨਾਲ ਵਕਤ ਆ ਗਿਆ ਕਿ ਤੁਸੀਂ ਜੁੜੋ। ਅਸੀਂ ਪਹਿਲੇ ਕਦੀ ਜ਼ੋਰ ਨਹੀਂ ਲਾਇਆ ਕਿ ਸਾਡੇ ਨਾਲ ਜੁੜੋ ਜਾਂ ਸਾਡੇ ਨਾਲ ਤੁਸੀਂ ਬਹੁਤ ਸਪੋਰਟ ਕਰੋ। ਸਾਨੂੰ ਜਿੱਦਾਂ ਜਿੰਨੀ ਵੀ ਸਪੋਰਟ ਸੀ ਰੱਬ ਵੱਲੋਂ ਆਈ ਜਾਂਦੀ ਸੀ, ਠੀਕ ਆ, ਨਹੀਂ ਆਉਂਦੀ ਸੀ ਕਿ ਸਾਡੇ ਆਪਣਾ ਇੱਕ ਪਰਿਵਾਰ ਹੈ, ਫੈਮਿਲੀ, ਅਸੀਂ ਉੱਥੋਂ ਪੂਰੀ ਕਰ ਲੈਂਦੇ ਸੀਗੇ। ਪਰ ਹੁਣ ਇਹ ਮੈਟਰ ਥੋੜ੍ਹਾ ਜਿਹਾ, ਪ੍ਰੋਜੈਕਟ ਥੋੜ੍ਹਾ ਐਕਸਪੈਂਸਿਵ ਹੈਗਾ ਆ, ਅਤੇ ਸਾਨੂੰ ਇਸ ਵੇਲੇ ਪਬਲਿਕ ਦੀ ਬਹੁਤ ਲੋੜ ਹੈਗੀ ਆ। ਸਰ ਕਰੋਨਾ ਦੌਰਾਨ ਦਵਾਈਆਂ ਲਿਆਉਣ ਆਮ ਬੰਦੇ ਦਾ ਬਾਹਰ ਨਿਕਲਣਾ ਹੀ ਔਖਾ ਸੀਗਾ, ਤੁਸੀਂ ਫਿਰ ਉਸ ਟਾਈਮ ਸੇਵਾ ਕਿੱਦਾਂ ਕਰਦੇ? ਦਵਾਈਆਂ ਲਿਜਾਣ 'ਚ ਮੁਸ਼ਕਲ ਨਹੀਂ ਸੀ ਆਉਂਦੀ? ਕਰੋਨਾ ਟਾਈਮ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜੇ ਤੁਸੀਂ ਸਾਡੇ ਪਿੱਛੇ ਰਿਕਾਰਡ ਸਾਰਾ ਚੈੱਕ ਕਰੋ, ਸਾਡੇ ਫੇਸਬੁੱਕ ਔਰ ਇੰਸਟਾ 'ਚ ਵੀ ਅਵੇਲੇਬਲ ਹੈਗਾ ਆ। ਕਰੋਨਾ ਦੇ ਦੌਰਾਨ ਜਿੱਥੇ ਤੱਕ ਰਿਸਰਚ ਨੇ ਸਾਡਾ ਸਾਥ ਦਿੱਤਾ ਹੈ, ਜਾਂ ਲੋਕਾਂ ਨੇ ਸਾਨੂੰ ਜਿੱਥੇ ਤੱਕ ਦੱਸਿਆ ਜਾਂ ਕੁਝ ਨਿਊਜ਼ ਚੈਨਲਸ ਵਾਲਿਆਂ ਨੇ ਸਾਨੂੰ ਦੱਸਿਆ ਆ, ਸਾਡੀ ਜਿਹੜੀ ਸਰਵਿਸ ਰਹੀ ਆ ਟੂਵਰਡਸ ਐਨੀਮਲ ਐਂਡ ਹਿਊਮਨਸ, ਇਹ ਵਨ ਆਫ ਦਾ ਵਾਈਡੈਸਟ ਸਰਵਿਸ ਰਹੀ ਆ ਆਲ ਓਵਰ ਦਾ ਇੰਡੀਆ। ਕਰੋਨਾ ਦੇ ਦੌਰਾਨ ਅਸੀਂ ਆਪਣੇ ਸ਼ਹਿਰ ਦੇ ਸਾਰੇ ਏਰੀਆ ਕਵਰ ਕੀਤੇ, ਸ਼ਹਿਰ ਦੇ ਆਸ-ਪਾਸ ਦੇ ਪਿੰਡ ਸਾਰੇ ਕਵਰ ਕੀਤੇ। ਉਸ ਤੋਂ ਇਲਾਵਾ ਜਿੰਨੇ ਵੀ ਹਾਈਵੇਜ਼ ਲੱਗਦੇ ਆ, ਇੱਥੋਂ ਸਾਡੇ ਜਲੰਧਰ ਸ਼ਹਿਰ ਤੋਂ ਇੱਕ ਦਿੱਲੀ ਹਾਈਵੇ, ਅੰਮ੍ਰਿਤਸਰ ਹਾਈਵੇ, ਨਕੋਦਰ ਹਾਈਵੇ ਆ, ਪਠਾਨਕੋਟ ਹਾਈਵੇ ਆ, ਅਤੇ ਹੁਸ਼ਿਆਰਪੁਰ ਹਾਈਵੇ ਆ, ਇਸ ਕਪੂਰਥਲਾ ਹਾਈਵੇ ਆ, ਇਹ ਸਾਰੇ ਹਾਈਵੇ ਵੀ ਅਸੀਂ ਕਵਰ ਕੀਤੇ, ਕਿਉਂਕਿ ਸਾਰੇ ਬੰਦੇ ਵਿਹਲੇ ਸੀਗੇ। ਸਾਰੇ ਅਸੀਂ ਵੋਲੰਟੀਅਰਸ ਇਕੱਠੇ ਕਰ ਲਏ, ਸਾਡੇ 50 ਤੋਂ 60 ਵੋਲੰਟੀਅਰਸ ਸੀਗੇ ਜਿਹੜੇ ਕਿ ਇਹ ਦਿਨ ਰਾਤ, ਔਰ ਇਹ ਇੱਕ ਟਾਈਮ ਸਾਰੇ ਏਰੀਏ ਦਿਨੇ ਕਵਰ ਹੁੰਦੇ ਸੀਗੇ। ਸਾਰੇ ਡੌਗਸ ਨੂੰ ਫੂਡ ਜਾਂਦਾ ਸੀਗਾ, ਲਾਰਜ ਐਨੀਮਲ ਨੂੰ ਫੂਡ ਜਾਂਦਾ ਸੀਗਾ, ਔਰ ਸੇਮ ਸ਼ਾਮੀ ਵੀ ਇੱਕ ਗੇੜਾ ਵੱਜਦਾ ਸੀਗਾ, ਔਰ ਪੂਰਾ 3-4-5 ਮਹੀਨੇ ਇਹ ਰੈਗੂਲਰ ਰਿਹਾ। ਸਾਡੀ ਜਿਹੜੀ ਫਾਊਂਡੇਸ਼ਨ ਹੈਗੀ ਹੈ ਇੰਡੀਆ ਦੀ ਪਹਿਲੀ ਕੋਈ ਵੀ ਪ੍ਰਾਈਵੇਟ ਸੰਸਥਾ ਸਰਕਾਰੀ ਤੋਂ ਬਾਹਰ ਜਿਨ੍ਹਾਂ ਨੇ ਆਪਣੇ EMPLOYEES ਨੂੰ PPE ਜਿਹੜੀ ਕਿਟਸ ਹੈਗੀਆਂ ਆ ਉਹ ਡਿਸਟਰੀਬਿਊਟ ਕੀਤੀਆਂ ਸੀਗੀਆਂ।
ਉਸ ਵੇਲੇ ਵੀ ਕਾਫੀ ਨਿਊਜ਼ ਚੈਨਲਸ ਦੇ ਵਿੱਚ ਸਾਡੀ ਇਸ ਚੀਜ਼ ਦਾ ਪ੍ਰਚਾਰ ਹੋਇਆ ਕਿ ਇੱਕ ਪ੍ਰਾਈਵੇਟ ਪਹਿਲੀ ਐਸੀ ਸੰਸਥਾ ਹੈ ਜਿਨ੍ਹਾਂ ਨੇ ਆਪਣੇ EMPLOYEES ਨੂੰ, ਕਿਉਂਕਿ ਸਾਡੀ ਜ਼ਿੰਮੇਵਾਰੀ ਆ ਸਾਡੇ ਲਈ ਜਿਹੜੇ ਕੰਮ ਕਰ ਰਹੇ ਆ ਜਾਂ ਵੋਲੰਟਰੀ ਕਰ ਰਹੇ ਆ, ਅਸੀਂ ਉਹਨਾਂ ਐਨੀਮਲ ਦਾ ਧਿਆਨ ਰੱਖਣਾ ਹੀ, ਪਰ ਉਹਨਾਂ ਦਾ ਵੀ ਧਿਆਨ ਰੱਖਣਾ ਸਾਡਾ ਉਨਾ ਹੀ ਫਰਜ਼ ਆ। ਇਸ ਕਰਕੇ ਆਹ ਰੀਜ਼ਨ ਸੀਗਾ ਜਿਹਦੇ ਕਰਕੇ ਅਸੀਂ ਆਪਣੇ ਹਰ ਇੱਕ ਵੋਲੰਟੀਅਰ ਨੂੰ ਜਿਹੜੀ PPE ਕਿੱਟ ਹੈਗੀ ਆ ਅਸੀਂ ਉਹ ਪ੍ਰੋਵਾਈਡ ਕੀਤੀ ਆ। ਇਸ ਤੋਂ ਇਲਾਵਾ ਐਵਰੀ ਡੇ ਸਾਨੂੰ ਰੀਅਲਾਈਜ਼ ਹੋਇਆ ਕਿ ਬਹੁਤ ਸਾਰੀ ਐਸੀ ਲੋਕੇਸ਼ਨਾਂ ਵੀ ਹੈਗੀਆਂ ਆ ਕਿ ਕਈ ਗਰੀਬ ਲੋਕਾਂ ਨੂੰ ਖਾਣਾ ਨਹੀਂ ਪਹੁੰਚ ਰਿਹਾ। ਨੋ ਡਾਊਟ ਕਿ ਸੇਵਾ ਬਹੁਤ ਹੋ ਰਹੀ ਸੀ, ਬਟ ਇਹਦੇ ਵਿੱਚ ਵੀ ਥੋੜ੍ਹਾ ਝੋਲ ਸੀਗਾ ਕਿ ਕਰੋਨਾ ਦੇ ਟਾਈਮ ਦੇ ਵਿੱਚ ਜਿੰਨੇ ਵੀ ਲੋਕ ਸੀਗੇ ਆਪਣੇ ਆਪਣੇ ਵਾਰਡ ਕਲੀਅਰ ਕਰ ਰਹੇ ਸੀ, ਬਟ ਬਹੁਤ ਸਾਰੇ ਏਰੀਏ ਸੀਗੇ ਜੋ ਕਈ ਵਾਰਡਾਂ 'ਚ ਨਹੀਂ ਆਉਂਦੇ ਸੀਗੇ ਜਾਂ ਆਊਟਸਾਈਡ ਏਰੀਏ ਸੀਗੇ ਜਿੱਥੇ ਖਾਣਾ ਨਹੀਂ ਪਹੁੰਚ ਪਾ ਰਿਹਾ ਸੀ। ਅਸੀਂ ਕਰੋਨਾ ਦੇ ਵਿੱਚ ਗਰੀਬ ਲੋਕਾਂ ਲਈ ਹਰ ਰੋਜ਼ 2000 ਲੋਕਾਂ ਦਾ ਖਾਣਾ ਬਣਿਆ ਹੋਇਆ ਵੀ ਤੇ ਸੁੱਕਾ ਰਾਸ਼ਨ ਵੀ ਅਸੀਂ ਡਿਸਟ੍ਰੀਬਿਊਟ ਕਰਦੇ ਰਹੇ ਹਾਂ। ਔਨ ਰਿਕਾਰਡ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਉਹਦੇ। ਸਰ ਜੇਕਰ ਕੋਈ ਪੈਟਸ ਦੀ ਦਵਾਈਆਂ ਲੋਕਲ ਲੈਵਲ ਤੇ ਤੁਹਾਨੂੰ ਜਾਂ ਪੰਜਾਬ 'ਚ ਨਹੀਂ ਮਿਲਦੀਆਂ ਤੇ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਵੀ ਮੰਗਵਾਉਂਦੇ ਹੋ? ਹਾਂਜੀ, ਕੁਝ ਸਾਡੇ ਪ੍ਰੋਡਕਟਸ ਹੈਗੇ ਆ, ਕੁਝ ਇਕਵਿਪਮੈਂਟਸ ਹੈਗੇ ਆ ਜੋ ਬਾਹਰੋਂ ਆਏ ਆ। ਸਾਨੂੰ ਜੇ ਕੋਈ ਚੀਜ਼ ਦੇਖੋ, ਸਾਨੂੰ ਜੇ ਕੋਈ ਸਮਝ ਆਉਂਦੀ ਨਾ ਕਿ ਆਹ ਚੀਜ਼ ਇਸ ਦੇ ਲਈ ਹੋਣੀ ਚਾਹੀਦੀ ਹੈ ਤੇ ਇੱਥੇ ਅਵੇਲੇਬਲ ਨਹੀਂ ਹੈ, ਤੇ ਅਸੀਂ ਕਿਸੇ ਵੀ ਐਕਸਟ੍ਰੀਮ ਤੱਕ ਜਾ ਸਕਦੇ ਹਾਂ, ਅਸੀਂ ਕਿਸੇ ਵੀ ਲੈਵਲ ਤੱਕ ਜਾ ਸਕਦੇ ਹਾਂ। ਬਸ ਰੱਬ ਸਾਨੂੰ ਜੇ ਉਹ ਜਿੰਨੀ ਸਮਝ ਪਾਉਂਦਾ ਆ ਜਾਂ ਜਿੰਨੀ ਸਮਝ ਸਾਨੂੰ ਅੱਗੇ ਆ ਜਾਂਦੀ ਹੈ, ਕਿਉਂਕਿ ਅਸੀਂ ਆਪਣਾ ਦਿਮਾਗ ਖੁੱਲ੍ਹਾ ਰੱਖਿਆ ਆ। ਸਾਨੂੰ ਬਸ ਸਮਝ ਆਉਣਾ ਚਾਹੀਦਾ ਹੈ ਕਿ ਇਸ ਦਾ ਹੱਲ ਇਹ ਹੈ ਤੇ ਇਹ ਹੱਲ ਇਸ ਜਗ੍ਹਾ ਤੋਂ ਹੋਏਗਾ, ਅਸੀਂ ਉੱਥੇ ਪਹੁੰਚ ਜਾਈਦਾ ਉਹ ਚੀਜ਼ ਲੈਣ। ਸ਼ੁਕਰੀਆ ਸਰ ਗੱਲਬਾਤ ਦੇ ਲਈ। ਸੋ ਤੁਸੀਂ ਦੇਖ ਸਕਦੇ ਹੋ ਇਹ ਨੇ ਯੂਵੀ, ਜਿਨ੍ਹਾਂ ਨੇ ਇੱਕ ਫਾਊਂਡੇਸ਼ਨ ਖੋਲ੍ਹੀ ਹੈ ਜਲੰਧਰ ਦੇ ਵਿੱਚ, ਜਿਹੜੀ ਕਿ ਕਾਫੀ ਸਾਲਾਂ ਤੋਂ ਕੰਮ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਹੁਣ ਇੱਕ ਅਗਲੇ ਲੈਵਲ ਤੇ ਉਹ ਸੋਚ ਰਹੇ ਨੇ ਕਿ ਜਲੰਧਰ ਦੇ ਵਿੱਚ ਕੋਈ ਜਗ੍ਹਾ ਖੋਲ੍ਹੀ ਜਾਵੇ ਜਿੱਥੇ ਕਿ ਪੈਟਸ, ਚਾਹੇ ਉਹ ਡੌਗਸ ਹੋਣ, ਚਾਹੇ ਗਾਵਾਂ ਹੋਣ ਜਾਂ ਕਬੂਤਰ ਹੋਣ, ਕਿਸੇ ਵੀ ਤਰ੍ਹਾਂ ਦਾ ਜਾਨਵਰ ਹੈ, ਉਹਨਾਂ ਦਾ ਇਲਾਜ ਉੱਥੇ ਵੱਡੇ ਪੱਧਰ ਤੇ ਕੀਤਾ ਜਾ ਸਕੇ। ਸੋ ਉਹਨਾਂ ਨੂੰ ਤੁਹਾਡੀ ਸਪੋਰਟ ਦੀ ਲੋੜ ਹੈ। ਕਿਸੇ ਤਰ੍ਹਾਂ ਵੀ ਤੁਸੀਂ ਜੇਕਰ ਮਦਦ ਕਰ ਸਕਦੇ ਹੋ ਤੇ ਜ਼ਰੂਰ ਕਰਨੀ ਚਾਹੀਦੀ ਹੈ। ਕੈਮਰਾ ਪਰਸਨ ਰਮਨ ਦੇ ਨਾਲ ਜਗਦੀਪ ਸਿੰਘ, ਮਿੰਨੀ ਪਾਕਟ, ਜਲੰਧਰ।